पहुंच चुके, ਅਸੀਂ ਜਿਹੜੇ ਚੈਪਟਰਸ ਦੇ ਵਿੱਚ ਪਹੁੰਚ ਚੁੱਕੇ ਹਾਂ, ਅਸੀਂ ਦੇਖਦੇ ਪਏ ਹਾਂ ਕਿ ਪ੍ਰਭੂ ਨੇ 4 ਤਿਉਹਾਰ ਲੋਕਾਂ ਨੂੰ ਦਿੱਤੇ ਸੀ। ਉਹ ਜਿਹੜੇ 4 ਤਿਉਹਾਰਾਂ ਦੇ ਵਿੱਚੋਂ ਇੱਕ ਜਿਹੜਾ ਤਿਉਹਾਰ ਸੀ ਉਹ ਸਬਤ ਦਾ ਤਿਉਹਾਰ ਸੀ। ਔਰ ਉਸ ਤੋਂ ਬਾਅਦ ਅਸੀਂ ਦੇਖਿਆ ਕਿ ਤੰਬੂਆਂ ਦਾ ਤਿਉਹਾਰ, ਪਾਸ ਓਵਰ, ਔਰ ਇੱਕ ਤਿਉਹਾਰ ਜਿਹੜਾ ਉਹ ਮਨਾਉਂਦੇ ਸੀਗੇ ਜਿਸ ਵੇਲੇ ਉਹ ਜਿਹੜਾ ਗੱਭੇ 400 ਸਾਲ ਦਾ ਵਕਫਾ ਆਉਂਦਾ ਆ, ਜਿਹਦੇ ਵਿੱਚ ਸਾਡੇ ਕੋਲ ਲਿਖਤਾਂ ਜਿਹੜੀਆਂ ਬਾਈਬਲ ਦੇ ਵਿੱਚ ਤਾਂ ਨਹੀਂ ਐਕਸੈਪਟ ਕੀਤੀਆਂ ਗਈਆਂ, ਲੇਕਿਨ ਉਸ ਦੇ ਵਿੱਚ ਇੱਕ ਮੈਕਾਬੀਜ਼ ਹੋਏ ਸੀ। ਅਸੀਂ ਦੇਖਾਂਗੇ ਜਿਸ ਵੇਲੇ ਅਸੀਂ ਉੱਥੇ ਪਹੁੰਚਾਂਗੇ। ਔਰ ਉਹਨਾਂ ਨੇ ਮੰਦਿਰ ਦੀ ਸਫਾਈ ਕੀਤੀ ਸੀ। ਮੰਦਿਰ ਨੂੰ ਉਹਨਾਂ ਨੇ ਮੁੜ ਕੇ ਕੀਤਾ ਸੀ। ਮੰਦਿਰ ਦੇ ਵਿੱਚੋਂ ਮੁੜ ਕੇ ਉਹਨਾਂ ਨੇ ਬੁੱਤ ਪ੍ਰਸਤੀ ਕੱਢ ਕੇ ਉੱਥੇ ਉਸ ਸੀ। ਔਰ ਉਹ ਜਿਹੜਾ ਤਿਉਹਾਰ ਮਨਾਇਆ ਜਾਂਦਾ ਉਸ ਨੂੰ ਹਾਨੇਕਾ ਦਾ ਤਿਉਹਾਰ ਵੀ ਕਿਹਾ ਜਾਂਦਾ। ਔਰ ਬੇਸਿਕਲੀ ਕਈ ਕਹਿੰਦੇ ਹੈਗੇ ਕਿ ਉਹ ਐਸਟਰ ਦੇ ਸਮੇਂ ਦਾ ਚੱਲਿਆ ਹੈ ਹਾਨਕਾ ਦਾ ਤਿਉਹਾਰ, ਕਈ ਕਹਿੰਦੇ ਕਿ ਨਹੀਂ, ਉਹ ਜਿਹੜਾ 400 ਸਾਲ ਦਾ ਵਕਫਾ ਸੀ ਉਹਦੇ ਵਿੱਚ ਹਾਨਕਾ ਦਾ ਇੱਕ ਤਿਉਹਾਰ ਜਿਹੜਾ ਸੀਗਾ ਉਹ ਯਹੂਦੀ ਲੋਕ ਉਹਨੂੰ ਮਨਾਉਂਦੇ ਸੀ। ਰੋਸ਼ਨੀ ਦਾ ਤਿਉਹਾਰ, ਹਾਨਕਾ ਦਾ ਤਿਉਹਾਰ ਸੇਮ ਟਾਈਮ ਆਉਂਦਾ ਜਿਸ ਵਿੱਚ ਸਾਡੀ ਕ੍ਰਿਸਮਸ ਦੇ ਦਿਨਾਂ ਦੇ ਵਿੱਚ, ਤੇ ਉਹ ਉਹਨਾਂ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਕਿ ਹਰ ਰੋਜ਼ ਇੱਕ ਲਾਈਟ ਉਹ ਬਾਲਦੇ ਆ, ਔਰ ਹਰ ਰੋਜ਼ ਇਸ ਤਰ੍ਹਾਂ ਜਿਹੜਾ ਦੀਵਾ ਹੁੰਦਾ ਉਸ ਤੇ 7 ਲਟਾਂ ਹੁੰਦੀਆਂ, ਔਰ ਹਰ ਰੋਜ਼ ਇੱਕ ਕੈਂਡਲ ਉਹਦੇ ਤੇ ਵਧਾਈ ਜਾਂਦੀ ਆ। ਔਰ ਜਿਸ ਵੇਲੇ ਉਹਦੇ ਉੱਤੇ 7 ਕੈਂਡਲਸ ਹੋ ਜਾਂਦੀਆਂ, ਫਿਰ ਹਾਨੇਕਾ ਦਾ ਦਿਨ ਉਦੋਂ ਆਉਂਦਾ ਹੈ, ਇੱਕ ਹਫ਼ਤਾ ਉਹ ਪੂਰਾ ਮਨਾਉਂਦੇ। ਸੋ ਪ੍ਰਭੂ ਯਿਸੂ ਮਸੀਹ ਨੇ ਉਸ ਵੇਲੇ ਉਹਨਾਂ ਦੇ ਉਹ 4 ਤਿਉਹਾਰਾਂ ਦੀ ਨਬਜ਼ ਫੜੀ ਸੀ, ਜਿਹੜੇ ਉਹ 4 ਤਿਉਹਾਰ ਮਨਾਉਂਦੇ ਸੀ। ਔਰ ਉਸ ਦੇ ਵਿੱਚ ਪ੍ਰਭੂ ਨੇ ਜਿਹੜੀ ਚੀਜ਼ ਕਹੀ ਸੀ ਉਹ ਇਹ ਕਹੀ ਸੀ ਕਿ ਹਰ ਇੱਕ ਇਹ ਤਿਉਹਾਰ ਮੇਰੇ ਵਿੱਚ ਪੂਰਾ ਹੁੰਦਾ, ਮੇਰੇ ਵਿੱਚ ਪੂਰਾ ਹੁੰਦਾ। ਸੋ ਆਓ ਅਸੀਂ ਇਸ ਤੋਂ ਪਹਿਲਾਂ ਅੱਗੇ ਜਾਈਏ। ਸੋ ਅਸੀਂ ਪਿੱਛੇ ਦੇਖ ਕੇ ਆਏ ਸੀਗੇ ਕਿ ਪ੍ਰਭੂ ਨੇ ਉਹਨਾਂ ਨੂੰ ਕਿਹਾ ਸੀ ਜਿਸ ਵੇਲੇ ਗੱਲ ਹੋ ਚੱਲਦੀ ਪਈ ਸੀਗੀ ਕਿ ਤੁਸੀਂ ਇਹ ਤਿਉਹਾਰ ਮਨਾਉਣੇ ਆ, ਤੇ ਉਸ ਵੇਲੇ ਸਾਨੂੰ ਇਹ ਵੀ ਦੱਸਿਆ ਗਿਆ ਸੀ ਕਿ ਜਿਹੜਾ ਸਬਤ, ਆਰਾਮ ਦਾ ਦਿਨ, ਪਵਿੱਤਰ ਦਿਨ, ਉਹ ਵੀ ਇੱਕ ਤਿਉਹਾਰ, ਇਸ ਨੂੰ ਵੀ ਤੁਸੀਂ ਹਰ ਸਾਲ ਹਰ ਹਫ਼ਤੇ ਤਿਉਹਾਰ ਵਾਂਗੂ ਮਨਾਉਣਾ। ਔਰ ਇਸ ਦਿਨ ਤੁਸੀਂ ਆਪਣੇ ਪ੍ਰਭੂ ਦੀ ਨਜ਼ਦੀਕੀ ਦੇ ਵਿੱਚ ਆਉਣਾ। ਇਸ ਦਿਨ ਨਾ ਤੁਹਾਡਾ ਕੋਈ ਨੌਕਰ ਕੰਮ ਕਰੇ, ਨਾ ਕੋਈ ਨੌਕਰਾਣੀ ਕਰੇ, ਨਾ ਬੱਚਾ ਕਰੇ, ਨਾ ਤੁਸੀਂ ਕਰੋ, ਇੱਥੇ ਤੱਕ ਕਿ ਤੁਸੀਂ ਆਪਣੇ ਗਧੇ ਨੂੰ ਵੀ ਉਸ ਦਿਨ ਆਰਾਮ ਦਿਓ, ਉਸ ਨੂੰ ਵੀ ਆਰਾਮ ਦਿਓ। ਸੋ ਅਸੀਂ ਉਸ ਨੂੰ ਸਬਤ ਦਾ ਤਿਉਹਾਰ ਜਿਹੜਾ ਕਹਿੰਦੇ ਆ, ਜਿਹੜਾ ਅਸੀਂ ਹਰ ਹਫ਼ਤੇ ਇਕੱਠੇ ਨੇ। ਸੋ ਪ੍ਰਭੂ ਯਿਸੂ ਨੇ ਇਹ ਜਿਹੜੇ 5 ਤਿਉਹਾਰ ਸੀ, 4 ਤਿਉਹਾਰ ਸੀ, ਇਹਨਾਂ 4 ਤਿਉਹਾਰਾਂ ਨੂੰ ਆਪਣੇ ਵਿੱਚ ਸੰਪੂਰਨਤਾ ਦਿੱਤੀ। ਸੋ ਅਸੀਂ ਸਭ ਤੋਂ ਪਹਿਲਾਂ ਅਗਰ ਤੁਸੀਂ ਲਿਖਣਾ ਮੰਗਦੇ ਆ ਦੂਸਰੇ ਦੇ ਵਾਸਤੇ, ਅਗਰ ਤੁਸੀਂ ਲਿਖਣਾ ਮੰਗਦੇ ਹੈਗੇ ਵਾਸਤੇ ਕਿ ਪ੍ਰਭੂ ਯਿਸੂ ਮਸੀਹ ਨੇ ਸਬਤ ਦੇ ਬਾਰੇ ਕੀ ਕਿਹਾ, ਸੋ ਤੁਸੀਂ ਮੇਰੇ ਨਾਲ ਯਹੂਨਾ ਦੇ 5ਵੇਂ ਚੈਪਟਰ ਦੇ ਵਿੱਚ ਆ ਜਾਓ। ਕੋਈ ਯਹੂਨਾ 4, 5, 6, 7, 8 ਔਰ ਯਹੂਨਾ 10 ਤੱਕ ਪ੍ਰਭੂ ਯਿਸੂ ਮਸੀਹ ਨੇ ਇਹ ਬੇਸਿਕਲੀ ਇਹਨਾਂ ਗੱਲਾਂ ਦੇ ਨਾਲ, ਇਹਨਾਂ ਹਿੱਸਿਆਂ ਦੇ ਨਾਲ ਉਹਨਾਂ ਨੂੰ ਦੱਸਿਆ। ਸੋ 5ਵੇਂ ਚੈਪਟਰ ਦੇ ਵਿੱਚ ਜਿਸ ਵੇਲੇ ਅਸੀਂ ਆਉਣੇ ਆ, ਤੇ ਉਸ ਵੇਲੇ ਇੱਕ ਬੰਦਾ ਜਿਹੜਾ ਮੈਟ ਤੇ ਵਿਚਾਰਾ ਪਿਆ ਆ, ਉਹ ਉੱਠ ਨਹੀਂ ਸਕਦਾ, ਔਰ ਉਸ ਨੂੰ ਪ੍ਰਭੂ ਨੇ ਚੰਗਾ ਕੀਤਾ, ਔਰ ਉਸ ਦੇ ਉੱਤੇ ਪ੍ਰਭੂ ਨੇ ਆਪਣੀ ਦਇਆ ਜ਼ਾਹਰ ਕੀਤੀ। ਸੋ ਆਓ ਅਸੀਂ ਇਸ ਦੀਆਂ ਪਹਿਲੀਆਂ 17 ਆਇਤਾਂ ਪੜ੍ਹਦੇ ਹਾਂ। 17, 18 ਆਇਤਾਂ, 5ਵਾਂ ਭਾਗ 1 ਤੋਂ 18 ਪੜ੍ਹਦੇ ਹਾਂ ਪਾਸਟਰ ਜੀ। ਹਾਂਜੀ, ਸਾਰਿਆਂ ਨੂੰ ਜੈ ਮਸੀਹ ਦੀ। ਸਫਾ ਹੈਗਾ 169। ਬੈਤਸੈਦਾ ਦੇ ਤਲਾਅ ਉੱਤੇ ਇੱਕ ਆਦਮੀ ਚੰਗਾ ਕਰਨਾ। ਇਸ ਦੇ ਮਗਰੋਂ ਯਹੂਦੀ ਲੋਕਾਂ ਦਾ ਇੱਕ ਧਾਰਮਿਕ ਤਿਉਹਾਰ ਸੀ। ਪ੍ਰਭੂ ਯੀਸ਼ੂ ਇਸ ਦੇ ਲਈ ਯਰੂਸ਼ਲਮ ਸ਼ਹਿਰ ਨੂੰ ਗਏ। ਯਰੂਸ਼ਲਮ ਵਿੱਚ ਭੇਡਾਂ ਵਾਲੇ ਦਰਵਾਜ਼ੇ ਦੇ ਲਾਗੇ ਇੱਕ ਤਲਾਅ ਹੈ। ਉਸ ਤਲਾਅ ਨੂੰ ਇਬਰਾਨੀ ਬੋਲੀ ਵਿੱਚ ਬੈਤਸੈਦਾ ਕਹਿੰਦੇ ਹਨ। ਉਸ ਦੇ ਚਾਰੇ ਪਾਸੇ 4 ਡਿਉਢੀਆਂ ਸਨ। ਇਹਨਾਂ ਡਿਉਢੀਆਂ ਵਿੱਚ ਬਹੁਤ ਸਾਰੇ ਰੋਗੀ ਲੰਮੇ ਪਏ ਰਹਿੰਦੇ ਸਨ, ਅੰਨੇ, ਲੰਗੇ, ਅਧਰੰਗੀ ਆਦਿ। ਉਹ ਤਲਾਅ ਦੇ ਪਾਣੀ ਦੇ ਹਿੱਲਣ ਦੀ ਉਡੀਕ ਵਿੱਚ ਰਹਿੰਦੇ ਸਨ, ਕਿਉਂਕਿ ਸਮੇਂ-ਸਮੇਂ ਪ੍ਰਭੂ ਦਾ ਇੱਕ ਸਵਰਗਦੂਤ ਤਲਾਅ ਵਿੱਚ ਉਤਰ ਕੇ ਪਾਣੀ ਨੂੰ ਹਿਲਾਉਂਦਾ ਸੀ।
ਪਾਣੀ ਹਿਲਦੇ ਸਾਰ ਜੋ ਕੋਈ ਰੋਗੀ ਵੀ ਪਹਿਲੇ ਪਾਣੀ ਵਿੱਚ ਉਤਰ ਜਾਂਦਾ, ਉਸ ਨੂੰ ਭਾਵੇਂ ਕੋਈ ਬਿਮਾਰੀ ਵੀ ਕਿਉਂ ਨਾ ਹੋਵੇ, ਉਹ ਠੀਕ ਹੋ ਜਾਂਦਾ ਸੀ। ਉੱਥੇ ਇੱਕ ਆਦਮੀ ਸੀ ਜੋ 38 ਸਾਲਾਂ ਤੋਂ ਬਿਮਾਰ ਸੀ। ਯੀਸ਼ੂ ਨੇ ਉਸ ਨੂੰ ਉੱਥੇ ਲੰਮੇ ਪਏ ਦੇਖਿਆ ਅਤੇ ਇਹ ਜਾਣਦੇ ਹੋਏ ਕਿ ਉਹ ਬਹੁਤ ਚਿਰ ਤੋਂ ਬਿਮਾਰ ਹੈ, ਉਸ ਨੂੰ ਕਿਹਾ, ਕੀ ਤੂੰ ਚੰਗਾ ਹੋਣਾ ਚਾਹੁੰਦਾ ਹੈ? ਬਿਮਾਰ ਆਦਮੀ ਨੇ ਉੱਤਰ ਦਿੱਤਾ, ਸ਼੍ਰੀਮਾਨ ਜੀ, ਮੇਰੇ ਕੋਲ ਕੋਈ ਵੀ ਨਹੀਂ ਹੈ ਜੋ ਪਾਣੀ ਦੇ ਹਿਲਦਿਆਂ ਹੋਇਆਂ ਹੀ ਮੈਨੂੰ ਪਾਣੀ ਵਿੱਚ ਉਤਾਰੇ। ਜਦੋਂ ਮੈਂ ਜਾ ਕੇ ਉਤਰਨ ਦੀ ਕੋਸ਼ਿਸ਼ ਕਰਦਾ ਹਾਂ ਤਾਂ ਕੋਈ ਦੂਜਾ ਮੇਰੇ ਤੋਂ ਪਹਿਲਾਂ ਹੀ ਪਾਣੀ ਵਿੱਚ ਉਤਰ ਜਾਂਦਾ ਹੈ। ਯੀਸ਼ੂ ਨੇ ਉੱਤਰ ਦਿੱਤਾ, ਉੱਠ, ਆਪਣਾ ਬਿਸਤਰਾ ਚੁੱਕ ਅਤੇ ਚੱਲ। ਉਹ ਆਦਮੀ ਇੱਕਦਮ ਚੰਗਾ ਹੋ ਗਿਆ, ਆਪਣਾ ਬਿਸਤਰਾ ਚੁੱਕ ਕੇ ਚੱਲਣ ਫਿਰਨ ਲੱਗਾ। ਜਿਸ ਦਿਨ ਉਹ ਆਦਮੀ ਚੰਗਾ ਹੋਇਆ, ਉਹ ਦਿਨ ਸਬਤ ਅਰਥਾਤ ਆਰਾਮ ਕਰਨ ਦਾ ਦਿਨ ਸੀ। ਇਸ ਲਈ ਯਹੂਦੀਆਂ ਨੇ ਉਸ ਚੰਗੇ ਹੋਏ ਆਦਮੀ ਨੂੰ ਕਿਹਾ, ਅੱਜ ਸਬਤ ਹੈ, ਅੱਜ ਦੇ ਦਿਨ ਤੇਰੇ ਲਈ ਬਿਸਤਰਾ ਚੁੱਕਣਾ ਵਿਵਸਥਾ ਦੇ ਵਿਰੁੱਧ ਹੈ। ਉਸ ਆਦਮੀ ਨੇ ਉੱਤਰ ਦਿੱਤਾ, ਉਹ ਜਿਸ ਨੇ ਮੈਨੂੰ ਚੰਗਾ ਕੀਤਾ ਹੈ, ਉਸੇ ਨੇ ਮੈਨੂੰ ਕਿਹਾ, ਆਪਣਾ ਬਿਸਤਰਾ ਚੁੱਕ ਕੇ ਚੱਲ। ਯਹੂਦੀਆਂ ਨੇ ਉਸ ਤੋਂ ਪੁੱਛਿਆ, ਉਹ ਆਦਮੀ ਕੌਣ ਹੈ ਜਿਸ ਨੇ ਤੈਨੂੰ ਕਿਹਾ ਬਿਸਤਰਾ ਚੁੱਕ ਤੇ ਚੱਲ? ਪਰ ਉਹ ਚੰਗਾ ਹੋਇਆ ਆਦਮੀ ਨਹੀਂ ਜਾਣਦਾ ਸੀ ਕਿ ਉਹ ਕੌਣ ਹੈ, ਕਿਉਂਕਿ ਯੀਸ਼ੂ ਭੀੜ ਦੇ ਕਾਰਨ ਉਸ ਥਾਂ ਤੋਂ ਹਟ ਗਏ ਸਨ। ਕੁਝ ਦਿਨਾਂ ਦੇ ਪਿੱਛੋਂ ਯੀਸ਼ੂ ਉਸ ਆਦਮੀ ਨੂੰ ਮੰਦਰ ਵਿੱਚ ਮਿਲੇ। ਉਸ ਨੂੰ ਕਿਹਾ, ਦੇਖ, ਤੂੰ ਚੰਗਾ ਹੋ ਗਿਆ ਹੈ, ਅੱਗੇ ਤੋਂ ਪਾਪ ਨਾ ਕਰਨਾ, ਨਹੀਂ ਤਾਂ ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਤੇਰਾ ਅੱਗੇ ਤੋਂ ਵੀ ਬੁਰਾ ਹਾਲ ਹੋ ਜਾਵੇ। ਫਿਰ ਉਹ ਆਦਮੀ ਯਹੂਦੀਆਂ ਕੋਲ ਗਿਆ, ਉਹਨਾਂ ਨੂੰ ਦੱਸਿਆ ਕਿ ਜਿਸ ਨੇ ਮੈਨੂੰ ਚੰਗਾ ਕੀਤਾ ਸੀ ਉਹ ਯੀਸ਼ੂ ਹੈ। ਇਸ ਕਾਰਨ ਯਹੂਦੀਆਂ ਨੇ ਯੀਸ਼ੂ ਨੂੰ ਸਤਾਉਣਾ ਸ਼ੁਰੂ ਕਰ ਦਿੱਤਾ, ਕਿਉਂਕਿ ਯੀਸ਼ੂ ਨੇ ਇਹ ਚੰਗਾ ਕਰਨ ਦਾ ਕੰਮ ਸਬਤ ਦੇ ਦਿਨ ਕੀਤਾ ਸੀ। ਯੀਸ਼ੂ ਨੇ ਯਹੂਦੀਆਂ ਨੂੰ ਕਿਹਾ, ਮੇਰਾ ਪਿਤਾ ਇਸ ਸਮੇਂ ਤੱਕ ਕੰਮ ਕਰਦਾ ਆ ਰਿਹਾ ਹੈ ਅਤੇ ਮੈਂ ਵੀ ਕਰ ਰਿਹਾ ਹਾਂ। ਇਹ ਸੁਣ ਕੇ ਯਹੂਦੀ ਹੋਰ ਵੀ ਜ਼ਿਆਦਾ ਯੀਸ਼ੂ ਨੂੰ ਮਾਰਨ ਦੀ ਕੋਸ਼ਿਸ਼ ਕਰਨ ਲੱਗੇ, ਕਿਉਂਕਿ ਉਹ ਕੇਵਲ ਸਬਤ ਦੀ ਉਲੰਘਣਾ ਹੀ ਨਹੀਂ ਕਰਦੇ ਸਨ, ਸਗੋਂ ਪਰਮੇਸ਼ਰ ਨੂੰ ਆਪਣਾ ਪਿਤਾ ਕਹਿ ਕੇ ਆਪਣੇ ਆਪ ਨੂੰ ਪਰਮੇਸ਼ਰ ਦੇ ਬਰਾਬਰ ਵੀ ਬਣਾਉਣਾ ਚਾਹੁੰਦੇ ਸਨ। ਬੜੇ ਸੁਣੇ ਜਾਣ ਤੇ ਸਾਰਿਆਂ ਨੂੰ ਸ਼ੀਸ਼ ਬਰਕਤ ਮਿਲੇ। ਅਸੀਂ ਇੱਥੇ ਕੀ ਦੇਖਦੇ ਪਏ ਹਾਂ, ਔਰ ਇਹੋ ਹੀ ਜਿਸ ਲਈ ਮਰਕਸ ਦੀ ਅੰਜੀਲ ਦੇ ਵਿੱਚ ਅਸੀਂ ਦੇਖਦੇ ਹਾਂ, ਤੇ ਉੱਥੇ ਪ੍ਰਭੂ ਨੇ ਕਿਹਾ ਕਿ ਤੁਸੀਂ ਇਹ ਵੀ ਜਾਣ ਰੱਖੋ, ਉਹਦਾ ਪੁੱਤਰ ਸਬਤ ਦਾ ਵੀ ਮਾਲਕ ਹੈ। ਉਹਨਾਂ ਨੇ ਜਿਸ ਲਈ ਪੁੱਛਿਆ ਕਿ ਤੁਸੀਂ ਸਬਤ ਵਾਲੇ ਦਿਨ ਕਿਉਂ ਚੰਗਾ ਕਰ, ਤੇ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਤੁਸੀਂ ਇਹ ਜਾਣ ਰੱਖੋ ਕਿ ਮਨੁੱਖ ਦਾ ਪੁੱਤਰ ਸਬਤ ਦਾ ਵੀ ਮਾਲਕ ਹੈ। ਲੇਕਿਨ ਇਸ ਹਿੱਸੇ ਨੂੰ ਅਸੀਂ ਤਾਂ ਚੁਣਿਆ ਕਿ ਇਸ ਦੇ ਵਿੱਚ ਜ਼ਿਆਦੀ ਕਲੈਰਿਟੀ ਹੈ। ਜੇ ਅਸੀਂ 5ਵੇਂ ਭਾਵ ਦੀ 17ਵੀਂ ਆਇਤ ਨੂੰ ਦੇਖਦੇ ਹਾਂ ਤੇ ਇੱਥੇ ਜ਼ਿਆਦੀ ਕਲੈਰਿਟੀ ਹੈ। ਸੋ ਇੱਥੇ ਪ੍ਰਭੂ ਯਿਸੂ ਮਸੀਹ ਜੋ ਉਹਨਾਂ ਨੂੰ ਕਹਿ ਰਹੇ ਆ, ਉਹਨਾਂ ਨੇ ਇਹ ਕਿਹਾ ਕਿ ਮੇਰਾ ਬਾਪ ਕੰਮ ਕਰਦਾ, ਇਸ ਕਰਕੇ ਮੈਂ ਵੀ ਕੰਮ ਕਰਦਾ। ਉਹ ਸਮਝ ਗਏ ਕਿ ਇਹ ਕਿਹੜੇ ਬਾਪ ਦੀ ਗੱਲ ਕਰਦਾ ਪਿਆ, ਕਿਉਂਕਿ ਉਹਨਾਂ ਨੇ ਤਾਂ ਹੁਣ ਸਾਰਾ ਬਾਇਓਡਾਟਾ ਯਿਸੂ ਦਾ ਕੱਢਿਆ ਹੈ ਵੀ ਕੌਣ। ਯੂਸੁਫ ਤਾਂ ਮਰ ਗਿਆ ਹੈ, ਯੂਸੁਫ ਤਾਂ ਹੈ ਨਹੀਂਗਾ, ਯੂਸੁਫ ਇਸ ਧਰਤੀ ਤੇ ਹੈ ਨਹੀਂਗਾ ਇਸ ਵੇਲੇ, ਉਸਦੀ ਲੋਥ ਜਿੱਥੇ ਵੀ ਉਹਨਾਂ ਨੇ ਰੱਖੀ ਹੋਗੀ ਉੱਥੇ। ਇਹ ਆਪਣਾ ਬਾਪ ਕਿਹਨੂੰ ਕਹਿ ਰਿਹਾ ਜਿਹੜਾ ਕੰਮ ਕਰਦਾ ਪਿਆ? ਤੇ ਫਿਰ ਉਹਨਾਂ ਨੇ ਯਿਸੂ ਨੂੰ ਇੱਥੇ ਅਸੀਂ ਦੇਖਦੇ ਹਾਂ ਕਿ ਸਬਤ ਦੀ ਉਲੰਘਣਾ ਹੀ ਨਹੀਂ ਕਰਦਾ, ਉਸਨੂੰ ਮਾਰਨ ਦੀ, ਜਾਨੋਂ ਮਾਰਨ ਦੀ ਕੋਸ਼ਿਸ਼ ਕਰਨ ਲੱਗੇ ਉਸ ਸਮੇਂ ਤੋਂ। ਤੇ ਇਹ ਸਿਰਫ ਸਬਤ ਦੀ ਉਲੰਘਣਾ ਨਹੀਂ ਕਰਦਾ, ਇਹ ਪਲੱਸ ਆਪਣੇ ਆਪ ਨੂੰ ਮਾਲਕ ਵੀ ਕਹਿ ਰਿਹਾ, ਔਰ ਸਬਤ ਦਾ ਜਿਹੜਾ ਮਾਲਕ ਆ ਉਹ ਪਰਮੇਸ਼ਵਰ ਆਪ। ਇਹ ਕਹਿ ਰਿਹਾ ਕਿ ਜਿਸ ਤਰ੍ਹਾਂ ਮੇਰਾ ਬਾਪ ਸਬਤ ਵਾਲੇ ਕੰਮ ਕਰਦਾ, ਤੁਹਾਨੂੰ ਸਾਹ ਦਿੰਦਾ, ਤੁਹਾਨੂੰ ਸਾਰੇ ਬ੍ਰਹਮੰਡਲ ਨੂੰ ਸੰਭਾਲਦਾ ਪਿਆ, ਉਸੇ ਤਰ੍ਹਾਂ ਮੈਂ ਵੀ ਕੰਮ ਕਰਦਾ। ਨਾ ਉਹਦਾ ਕੰਮ ਰੁਕਦਾ ਤੇ ਨਾ ਮੇਰਾ ਕੰਮ ਰੁਕਦਾ। ਸੋ ਇੱਥੇ ਪ੍ਰਭੂ ਯਿਸੂ ਮਸੀਹ ਨੇ ਜਿਹੜਾ ਪਹਿਲਾ ਤਿਉਹਾਰ ਸਾਨੂੰ ਦਿੱਤਾ ਗਿਆ, ਉਸ ਨੂੰ ਪ੍ਰਭੂ ਯਿਸੂ ਮਸੀਹ ਨੇ ਇੱਥੇ ਆ ਕੇ ਉਹਨਾਂ ਨੇ ਕਲੇਮ ਕੀਤਾ ਕਿ ਮੈਂ ਸਬਤ ਦੇ ਤਿਉਹਾਰ ਦਾ ਜਿਹੜਾ ਮਾਲਕ ਆ ਉਹ ਮੈਂ। ਸੋ ਅਸੀਂ ਇਹਦੇ ਨਾਲ ਅਗਰ ਤੁਸੀਂ 23ਵਾਂ ਭਾਵ ਲਿਖ ਲਓ ਇੱਥੇ, ਜਿਹੜੀ ਅਸੀਂ
ਲੇਵੀਆਂ ਦਾ 23ਵਾਂ ਭਾਵ ਉਸ ਦੀ 1 ਤੋਂ 4 ਆਇਤ ਇੱਥੇ ਲਿਖ ਲਓ। ਸੋ ਇਹ ਹੈ ਉਹਨਾਂ ਦਾ ਪਹਿਲਾ ਤਿਉਹਾਰ। ਜਿਹੜਾ ਸਬਤ ਆ ਉਹ ਸਾਨੂੰ ਤਿਉਹਾਰ ਦਿੱਤਾ ਗਿਆ। ਔਰ ਜਿਸ ਲਈ ਅਸੀਂ ਲੇਵੀਆਂ ਦੀ ਪੋਥੀ ਵਿੱਚ ਦੇਖਦੇ ਹਾਂ, ਕਹਿੰਦਾ ਪ੍ਰਭੂ ਨੇ ਮੂਸਾ ਨੂੰ ਕਿਹਾ, ਤੂੰ ਇਜ਼ਰਾਈਲੀ ਲੋਕਾਂ ਨੂੰ ਮੇਰੇ ਠਹਿਰਾਏ ਹੋਏ ਇਹਨਾਂ ਪਵਿੱਤਰ ਤਿਉਹਾਰਾਂ ਦੇ ਬਾਰੇ ਦੱਸ। ਸੋ ਸਭ ਤੋਂ ਪਹਿਲਾਂ ਕਿਹੜਾ, ਤੁਸੀਂ 6 ਦਿਨ ਕੰਮ ਧੰਦਾ ਕਰਨਾ, ਪਰ 7ਵਾਂ ਦਿਨ ਸਬਤ ਦਾ ਅਰਥਾਤ ਪਵਿੱਤਰ ਆਰਾਮ ਦਾ ਦਿਨ ਹੈ। ਇਹ ਪਵਿੱਤਰ ਇਕੱਠ ਦਾ ਦਿਨ ਹੈ, ਇਸ ਲਈ ਤੁਸੀਂ ਕੋਈ ਕੰਮ ਨਾ ਕਰਨਾ। ਤਿਉਹਾਰ ਕੀ ਹੁੰਦੇ? ਇਕੱਠ ਕਰਨਾ। ਇਕੱਠ ਕਰਨਾ, ਪ੍ਰਭੂ ਨੂੰ ਯਾਦ ਕਰਨਾ, ਉਸਦੇ ਨਾਮ ਨੂੰ ਉੱਚਾ ਕਰਨਾ ਉਸ ਦਿਨ। ਸੋ ਤੁਸੀਂ ਇਸ ਦਿਨ ਕੋਈ ਕੰਮ ਨਾ ਕਰਨਾ। ਸੋ ਇਹ ਤਿਉਹਾਰ ਦੇ ਵਾਂਗ ਸਾਨੂੰ ਦਿਨ ਦਿੱਤਾ ਗਿਆ। ਔਰ ਪ੍ਰਭੂ ਯਿਸੂ ਮਸੀਹ ਨੇ, ਜਿਸ ਲਈ ਅਸੀਂ ਯਹੋਨਾ ਦੇ 5ਵੇਂ ਭਾਵ ਦੇ ਵਿੱਚ ਜਿਸ ਲਈ ਤਿਉਹਾਰਾਂ ਦੇ ਬਾਰੇ ਦੇਖਦੇ ਪਏ ਹਾਂ, ਪ੍ਰਭੂ ਯਿਸੂ ਮਸੀਹ ਨੇ ਉਸ ਨੂੰ ਆਪਣੇ ਵਿੱਚ ਪੂਰਾ ਕੀਤਾ। ਸੋ ਕੱਲ ਅਸੀਂ ਦੇਖ ਲਿਆ ਸੀਗਾ 7ਵੇਂ ਭਾਵ ਦੇ ਵਿੱਚ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਨੂੰ ਬੇਸਿਕਲੀ 6ਵੇਂ ਭਾਵ ਦੇ ਵਿੱਚ ਜਿਹੜਾ ਪਾਸ ਓਵਰ ਦਾ ਜਿਹੜਾ ਤਿਉਹਾਰ ਸੀਗਾ, ਜਿਹੜਾ ਪਸਾਹ ਦੇ ਤਿਉਹਾਰ ਦਾ ਸੀਗਾ, ਉਹ ਅਸੀਂ ਕੱਲ ਦੇਖਿਆ ਸੀਗਾ 6ਵੇਂ ਭਾਵ ਦੇ ਵਿੱਚ। ਤੇ ਔਰ ਅੱਜ ਉਸਦੀ ਜਿਹੜੀ ਖਾਸ ਕਰਕੇ ਜਿਹੜੀ ਪ੍ਰਭੂ ਨੇ 2 ਵਾਰੀ ਉਹਦੇ ਵਿੱਚ ਕਹੀ, I am the bread of life, ਮੈਂ ਜ਼ਿੰਦਗੀ ਦੀ ਰੋਟੀ ਹਾਂ। ਉਹਦਾ 6:35 ਔਰ ਉਸ ਤੋਂ ਬਾਅਦ ਅਸੀਂ 6:51 ਦੇ ਵਿੱਚ ਵੀ ਉਸ ਨੂੰ ਦੇਖਦੇ ਹਾਂ, ਅਸੀਂ ਉਹ ਦੇਖ ਚੁੱਕੇ ਹਾਂ। ਔਰ ਉਸ ਤੋਂ ਬਾਅਦ ਜਿਹੜਾ ਤਿਉਹਾਰ ਆਉਂਦਾ ਉਹ ਡੇਰਿਆਂ ਦਾ ਤਿਉਹਾਰ ਆਉਂਦਾ ਸੀ। ਔਰ ਉਹ ਇਸ ਚੀਜ਼ ਨੂੰ ਯਾਦ ਕਰਾਉਂਦਾ ਸੀ ਕਿ ਅਸੀਂ ਕਿਸ ਤਰ੍ਹਾਂ ਜੰਗਲਾਂ ਦੇ ਵਿੱਚ, ਅਸੀਂ ਕਿਸ ਤਰ੍ਹਾਂ 40 ਸਾਲ ਅਸੀਂ ਕੱਢੇ ਆ। ਉਹਨਾਂ 40 ਸਾਲਾਂ ਦੇ ਵਿੱਚ ਪ੍ਰਭੂ ਨੇ ਸਾਨੂੰ ਸੰਭਾਲਿਆ। 40 ਸਾਲਾਂ ਤੱਕ ਉਸਨੇ ਸਾਨੂੰ ਖਾਣ ਦੇ ਲਈ ਰੋਟੀ ਦਿੱਤੀ, 40 ਸਾਲਾਂ ਤੱਕ ਉਸਨੇ ਸਾਨੂੰ ਪੀਣ ਨੂੰ ਪਾਣੀ ਦਿੱਤਾ। ਸੋ ਇਹ ਜਿਹੜਾ ਤਿਉਹਾਰ ਉਹ ਮਨਾਉਂਦੇ ਸੀਗੇ, ਇਸ ਨੂੰ ਯਾਦ ਕਰਦੇ ਸੀਗੇ। ਤੰਬੂਆਂ ਦੇ ਵਿੱਚ ਉਹ 7 ਦਿਨ ਰਹਿੰਦੇ ਸੀ ਔਰ ਉਸ ਸਮੇਂ ਨੂੰ ਉਹ ਚੇਤੇ ਕਰਦੇ ਸੀ, ਜਿੱਥੋਂ ਬੇਸਿਕਲੀ ਕੈਂਪਿੰਗ ਆਈ। ਸੋ ਉਹ ਉਸਨੂੰ ਉਸ ਸਮੇਂ ਨੂੰ ਚੇਤੇ ਕਰਦੇ ਸੀ, ਪ੍ਰਭੂ ਦੀ ਸ਼ੁਕਰਗੁਜ਼ਾਰੀ ਕਰਦੇ ਸੀ ਆਪਣਾ, ਤਾਂ ਕਿ ਉਹ ਆਪਣਾ ਇਤਿਹਾਸ ਭੁੱਲ ਨਾ ਜਾਣ ਕਿ ਉਹ ਕੌਣ। ਇਹ ਚੇਤੇ ਰੱਖਣ ਦਾ ਉਹਨਾਂ ਦਾ ਇੱਕ ਤਰੀਕਾ ਸੀ। ਸੋ ਡੇਰਿਆਂ ਦਾ ਤਿਉਹਾਰ ਦੇ ਵਿੱਚ ਅਸੀਂ 7ਵੇਂ ਭਾਵ ਦੇ ਵਿੱਚ ਦੇਖਿਆ। 7ਵੇਂ ਭਾਵ ਦੇ ਵਿੱਚ ਜਿਸ ਲਈ ਅਸੀਂ ਆਉਂਦੇ ਹਾਂ, ਯਹੋਨਾ ਦਾ 7ਵਾਂ ਭਾਵ ਉਸਦੇ ਵਿੱਚ ਤੁਸੀਂ ਉਸਦੀ 7ਵੇਂ ਭਾਵ ਦੀ 37ਵੀਂ ਆਇਤ ਦੇ ਵਿੱਚ ਜਿਹੜੀ ਅਸੀਂ ਦੇਖੀ ਸੀ, ਯਹੋਨਾ ਦਾ 7ਵਾਂ ਭਾਵ ਉਸਦੀ 37ਵੀਂ ਆਇਤ, ਔਰ ਉਸਦੇ ਵਿੱਚ ਉਸਨੇ ਪ੍ਰਭੂ ਯਿਸੂ ਮਸੀਹ ਨੇ ਜਿਹੜਾ ਜੀਵਨ ਜਲ ਦੀਆਂ ਧਾਰਾਂ ਦੇ ਬਾਰੇ ਉਹਨਾਂ ਨੂੰ ਦੱਸਿਆ ਸੀ। ਸੋ ਡੇਰਿਆਂ ਦੇ ਤਿਉਹਾਰ ਦੇ ਵਿੱਚ ਜਿਹੜੀ ਯਾਦਗਾਰੀ ਕੀਤੀ ਜਾਂਦੀ ਸੀ, ਉਹ ਉਸ ਪਾਣੀ ਦੀ ਯਾਦਗਾਰੀ ਕੀਤੀ ਜਾਂਦੀ ਸੀ, ਉਸ ਚੱਟਾਨ ਦੀ ਯਾਦਗਾਰੀ ਕੀਤੀ ਜਾਂਦੀ ਸੀ ਜੋ ਉਹਨਾਂ ਦੇ ਨਾਲ ਨਾਲ ਚੱਲਦੀ ਸੀ ਔਰ ਜਿੱਥੋਂ ਉਹ ਪੀਂਦੇ ਸੀ। ਸੋ ਉਸ ਦਿਨ ਅਗਰ 6:37 ਤੋਂ ਅਸੀਂ ਪੜ੍ਹੀਏ, ਕੋਈ ਜਾਣਾ, ਹਾਂ ਆਪਾਂ ਇਹ ਛੱਡ ਗਏ ਸੀ ਕੱਲ, ਆਪਾਂ ਸਾਰਾ ਪੜ੍ਹਿਆ ਨਹੀਂ ਹਿੱਸਾ, ਰਾਈਟ। ਸੋ ਆਓ ਅੱਜ ਅਸੀਂ ਯਹੋਨਾ ਦਾ 7ਵਾਂ ਭਾਵ ਦੇਖਦੇ ਹਾਂ। ਸੋ ਕੋਈ ਜਾਣਾ ਪਹਿਲਾਂ ਪੜ੍ਹੇ ਡੇਰਿਆਂ ਦੇ ਤਿਉਹਾਰ ਦਾ 16ਵਾਂ ਭਾਵ ਉਸਦੀ 13 ਆਇਤ ਤੋਂ ਲੈ ਕੇ 17 ਆਇਤ ਤੱਕ, ਔਰ ਕੋਈ ਜਾਣਾ ਫਿਰ ਕੱਢ ਲਵੇ ਯਹੋਨਾ ਦਾ 7ਵਾਂ ਭਾਵ, ਉਹਦੀ ਅਸੀਂ 10 ਆਇਤ ਤੋਂ ਲੈ ਕੇ 39 ਆਇਤ ਤੱਕ ਦੇਖਾਂਗੇ। ਔਰ ਇੱਥੇ ਲਿਖ ਵੀ ਲਓ ਜੇ ਤੁਸੀਂ ਜਿਹੜੇ ਬਾਈਬਲ ਸਟੱਡੀ ਕਰਾਉਣੀ। ਮੈਂ ਪੜ੍ਹਦੇ ਨਹੀਂ ਪਾਸਟਰ ਜੀ। ਉਹ ਨਹੀਂ ਤਾਂ 7ਵਾਂ 1 ਤੋਂ ਲੈ ਕੇ 39 ਤੱਕ ਕਿਹਾ ਤੁਸੀਂ? ਨਹੀਂ, ਪਹਿਲਾਂ ਅਸੀਂ ਵਿਵਸਥਾ ਸਾਰ ਪੜ੍ਹਨਾ ਪੈਣਾ। 16ਵਾਂ ਭਾਵ ਉਸਦੀ 13 ਆਇਤ ਤੋਂ ਲੈ ਕੇ ਉਸਦੀ 17 ਆਇਤ ਤੱਕ। ਓਕੇ, ਉਹ ਪੜ੍ਹ ਲਵੇ ਜੇ ਕਿਸੇ ਨੇ ਕੱਢਿਆ ਹੈ, ਮੈਨੂੰ ਲੱਭਾ ਨਹੀਂ। ਮੈਂ ਪੜ੍ਹ ਦਿੰਦੀ ਹਾਂ, ਮੇਰੇ ਕੋਲ ਹੈ। ਡੇਰਿਆਂ ਦਾ ਤਿਉਹਾਰ। ਆਪਣੀ ਸਾਰੀ ਫਸਲ ਇਕੱਠੀ ਕਰ ਲੈਣ ਅਤੇ ਤੇਲ ਕੱਢ ਲੈਣ ਦੇ ਪਿੱਛੋਂ ਤੁਸੀਂ 7 ਦਿਨਾਂ ਦੇ ਲਈ ਡੇਰਿਆਂ ਦਾ ਤਿਉਹਾਰ ਮਨਾਇਓ। ਉਸ ਸਮੇਂ ਤੁਸੀਂ ਆਪਣੇ ਨਗਰ ਵਿੱਚ ਰਹਿ ਰਹੇ ਸਭ ਆਪਣੇ ਪੁੱਤਰਾਂ, ਧੀਆਂ, ਨੌਕਰ, ਨੌਕਰਾਣੀਆਂ, ਲੇਵੀਆਂ, ਪਰਦੇਸੀਆਂ, ਅਨਾਥਾਂ ਅਤੇ ਵਿਧਵਾਵਾਂ ਦੇ ਨਾਲ ਮਿਲ ਕੇ ਮਨਾਉਣਾ। ਇਹ ਤਿਉਹਾਰ ਤੁਸੀਂ ਪ੍ਰਭੂ ਆਪਣੇ ਪਰਮੇਸ਼ਰ ਦੀ ਚੁਣੀ ਥਾਂ ਤੇ 7 ਦਿਨਾਂ ਵਿੱਚ ਮਨਾਇਓ, ਕਿਉਂਕਿ ਉਹ ਤੁਹਾਨੂੰ ਤੁਹਾਡੇ ਹਰ ਕੰਮਕਾਰ ਵਿੱਚ ਅਸੀਸ ਦੇਵੇਗਾ ਕਿ ਤੁਸੀਂ ਖੁਸ਼ੀ ਮਨਾ ਸਕੋ। ਸਾਲ ਵਿੱਚ 3 ਵਾਰ ਤੁਹਾਡੇ ਸਾਰੇ ਆਦਮੀ ਪ੍ਰਭੂ ਆਪਣੇ ਪਰਮੇਸ਼ਰ ਦੇ ਸਾਹਮਣੇ ਉਸ ਦੀ ਚੁਣੀ ਥਾਂ ਤੇ ਆਉਣ, ਪਸਾਹ ਦੇ ਤਿਉਹਾਰ ਸਮੇਂ, ਸਪਤਾਹਾਂ ਦੇ ਤਿਉਹਾਰ ਸਮੇਂ ਅਤੇ ਡੇਰਿਆਂ ਦੇ ਤਿਉਹਾਰ ਸਮੇਂ।
ਧਿਆਨ ਰੱਖੋ ਕਿ ਉਹ ਖਾਲੀ ਹੱਥੀਂ ਪ੍ਰਭੂ ਦੇ ਸਾਹਮਣੇ ਨਾ ਆਉਣ। ਹਰ ਆਦਮੀ ਪ੍ਰਭੂ ਤੁਹਾਡੇ ਪਰਮੇਸ਼ਰ ਤੋਂ ਉਸ ਨੂੰ ਮਿਲੀ ਅਸੀਸ ਅਨੁਸਾਰ ਜਿੰਨਾ ਉਹ ਦੇ ਸਕੇ ਦੇਵੇ। ਆਮੀਨ। ਆਮੀਨ। ਸੋ ਹੁਣ ਇੱਥੇ ਜਿਹੜਾ ਖਾਸ ਚੀਜ਼ ਇੱਕ ਆਉਂਦੀ ਪਈ ਹੈਗੀ ਹੈ ਕਿ ਇਹ ਤਿਉਹਾਰ ਤੁਸੀਂ ਆਪਣੇ ਪੁੱਤਰਾਂ, ਧੀਆਂ, ਨੌਕਰ ਨੌਕਰਾਣੀਆਂ, ਲੇਵੀਆਂ, ਪਰਦੇਸੀਆਂ, ਅਨਾਥਾਂ ਅਤੇ ਵਿਧਵਾਵਾਂ ਦੇ ਨਾਲ ਮਿਲ ਕੇ ਮਨਾਉਣਾ। ਯਾਨੀ ਕਿ ਤੁਹਾਡੇ ਵਿੱਚ ਕੋਈ ਵੀ ਐਸਾ ਇਨਸਾਨ ਨਾ ਹੋਵੇ ਕਿ ਜਿਹਦੇ ਕੋਲ ਕੁਝ ਹੈ ਨਹੀਂਗਾ, ਇਹ ਨਾ ਹੋ ਸਕੇ ਕਿ ਉਹ ਉਸ ਤਿਉਹਾਰ ਨੂੰ ਮਨਾ ਨਾ ਸਕੇ। ਸੋ ਇਹਨਾਂ ਦੇ ਲਈ ਕਿੱਥੋਂ ਆਉਂਦਾ ਸੀ? ਮੋਸਟਲੀ ਤਾਂ ਜਿਹੜੇ ਰਿਚ ਲੋਕ ਸੀਗੇ ਉਹ ਕਰ ਦਿੰਦੇ ਸੀਗੇ, ਲੇਕਿਨ ਫਿਰ ਵੀ ਜਿਸ ਵੇਲੇ ਇਹਨਾਂ ਦੇ ਮਾੜੇ ਦਿਨ ਚੱਲਦੇ ਹੁੰਦੇ ਸੀਗੇ, ਉਸ ਦਿਨ ਦੇ ਵਿੱਚ ਜਿਹੜਾ ਅਸੀਂ ਪਿੱਛੇ ਦੇਖਿਆ ਸੀ ਕਿ ਤੁਸੀਂ ਆਪਣਾ ਜਿਹੜੇ ਫਸਲ ਦਾ ਜਿਹੜਾ ਦਸਵੰਧ ਆ ਉਹ ਮੰਦਿਰ ਦੇ ਵਿੱਚ ਲੈ ਕੇ ਆਉਣਾ। ਹਰੇਕ ਕਬੀਲੇ ਦਾ ਇੱਕ ਮੇਨ ਸਪਾਟ ਸੀਗਾ ਜਿੱਥੇ ਉਹਨਾਂ ਨੇ ਮੰਦਿਰ ਬਣਾਇਆ ਸੀਗਾ। ਉਹ ਮੰਦਿਰ ਇਸ ਤਰ੍ਹਾਂ ਹੁੰਦਾ ਸੀਗਾ ਕਿ ਜਿੱਦਾਂ ਸ਼ਾਹੀ ਮੰਦਿਰ ਬਣਿਆ ਸੀਗਾ ਯਰੂਸ਼ਲਮ ਵਿੱਚ, ਉਸ ਤਰ੍ਹਾਂ ਤਾਂ ਨਹੀਂ ਸੀਗਾ, ਲੇਕਿਨ ਇੱਕ ਇਕੱਠੇ ਹੋਣ ਵਾਲੀ ਜਗ੍ਹਾ ਸੀ ਜਿੱਥੇ ਉਹ ਆਪਣਾ ਅੰਨ ਦਾਣਾ ਉਹਨਾਂ ਨੇ ਇਕੱਠਾ ਕੀਤਾ ਹੁੰਦਾ ਸੀ, ਲੇਵੀਆਂ ਨੇ ਇਕੱਠਾ ਕੀਤਾ ਹੁੰਦਾ ਸੀ। ਸੋ ਲੇਵੀ ਉਸ ਦਿਨ ਉਹ ਖਜ਼ਾਨਿਆਂ ਨੂੰ ਖੋਲ ਦਿੰਦੇ ਸੀਗੇ ਕਿ ਜਿੰਨਾ ਵੀ ਕੋਈ ਵੀ ਇਨਸਾਨ ਐਸਾ ਨਾ ਹੋਵੇ ਜਿਹੜਾ ਕਿਸੇ ਥੁੜ ਦੇ ਕਾਰਨ ਇਹ ਤਿਉਹਾਰ ਮਨਾ ਨਾ ਸਕੇ। ਇਟਸ ਵੈਰੀ ਇੰਪੋਰਟੈਂਟ ਫॉर them, ਕਿਉਂਕਿ ਪ੍ਰਭੂ ਨੇ ਉਹਨਾਂ ਲੋਕਾਂ ਨੂੰ ਉਸ ਲਈ ਸਭ ਕੁਝ ਦਿੱਤਾ ਸੀ ਜਿਸ ਵੇਲੇ ਉਹ ਮਿਸਰ ਤੋਂ ਗੁਲਾਮੀ ਦੇ ਵਿੱਚੋਂ ਨਿਕਲ ਕੇ ਆਏ ਸੀ, ਔਰ ਉਜਾੜ ਦੇ ਵਿੱਚ ਪ੍ਰਭੂ ਨੇ ਇਹ ਦਿੱਤਾ। ਸੋ ਉਹ ਇੱਕ ਨਿਸ਼ਾਨੀ ਸੀ ਕਿ ਕੋਈ ਵੀ ਇਨਸਾਨ ਇਸ ਤੋਂ ਵਾਂਝਾ ਨਾ ਰਹਿ ਜਾਏ। ਜਿਸ ਤਰ੍ਹਾਂ ਉਜਾੜ ਦੇ ਵਿੱਚ ਕੋਈ ਵਾਂਝਾ ਨਹੀਂ ਰਹਿ ਗਿਆ, ਸਭ ਨੂੰ ਮਿਲਿਆ, ਇਸੇ ਤਰ੍ਹਾਂ ਉਸ ਦਿਨ ਸਭ ਨੂੰ ਮਿਲਦਾ ਸੀ। ਸੋ ਹੁਣ ਅਸੀਂ 7ਵੇਂ ਭਾਗ ਦੇ ਵਿੱਚ ਜਾਵਾਂਗੇ, ਉਹਦੀ 10 ਆਇਤ ਤੋਂ ਲੈ ਕੇ ਫਿਰ ਅਸੀਂ ਉਸ ਦੀ ਬੇਸਿਕਲੀ 39-40 ਆਇਤ ਤੱਕ ਦੇਖਾਂਗੇ। 7ਵਾਂ ਭਾਗ ਯਹੂਨਾ ਦਾ, ਰਾਈਟ? ਹਾਂਜੀ ਮੇਰੀ ਭੈਣ। ਹਾਂਜੀ, ਮੈਂ ਪੜ੍ਹ ਦਿੰਦੀ ਹਾਂ। ਪ੍ਰਭੂ ਯਿਸੂ ਡੇਰਿਆਂ ਦੇ ਤਿਉਹਾਰ ਵਿੱਚ ਜਦੋਂ ਯਿਸੂ ਦੇ ਭਰਾ ਤਿਉਹਾਰ ਲਈ ਚਲੇ ਗਏ ਤਾਂ ਉਹ ਵੀ ਗੁਪਤ ਰੂਪ ਵਿੱਚ ਉੱਥੇ ਗਏ, ਖੁੱਲ੍ਹੇਆਮ ਨਹੀਂ। ਇਸ ਲਈ ਯਹੂਦੀ ਉਹਨਾਂ ਨੂੰ ਤਿਉਹਾਰ ਉੱਤੇ ਲੱਭ ਰਹੇ ਸਨ। ਉਹ ਪੁੱਛ ਰਹੇ ਸਨ, ਉਹ ਕਿੱਥੇ ਹੈ? ਲੋਕਾਂ ਵਿੱਚ ਯਿਸੂ ਬਾਰੇ ਬਹੁਤ ਕਾਨਾਫੂਸੀ ਹੋ ਰਹੀ ਸੀ। ਕੁਝ ਕਹਿੰਦੇ ਸਨ ਉਹ ਇੱਕ ਭਲਾ ਆਦਮੀ ਹੈ, ਕੁਝ ਹੋਰ ਕਹਿੰਦੇ ਸਨ ਨਹੀਂ, ਉਹ ਲੋਕਾਂ ਨੂੰ ਪੁੱਠੇ ਰਾਹ ਪਾਉਂਦਾ ਹੈ। ਪਰ ਕੋਈ ਵੀ ਖੁੱਲ੍ਹੇਆਮ ਉਹਨਾਂ ਦੇ ਬਾਰੇ ਕੁਝ ਨਹੀਂ ਕਹਿੰਦਾ ਸੀ, ਕਿਉਂਕਿ ਉਹ ਯਹੂਦੀਆਂ ਤੋਂ ਡਰਦੇ ਸਨ। ਜਦੋਂ ਤਿਉਹਾਰ ਦੇ ਅੱਧੇ ਦਿਨ ਸਮਾਪਤ ਹੋ ਗਏ ਤਾਂ ਯਿਸੂ ਮੰਦਿਰ ਵਿੱਚ ਗਏ ਅਤੇ ਲੋਕਾਂ ਨੂੰ ਸਿੱਖਿਆ ਦੇਣ ਲੱਗੇ। ਇਸ ਉੱਤੇ ਯਹੂਦੀ ਬਹੁਤ ਹੈਰਾਨ ਹੋ ਕੇ ਕਹਿਣ ਲੱਗੇ, ਬਿਨਾਂ ਸਿੱਖਿਆ ਪ੍ਰਾਪਤੀ ਇਸਨੇ ਇਹ ਗਿਆਨ ਰੂਪੀ ਸ਼ਬਦ ਕਿੱਥੋਂ ਲਏ? ਯਿਸੂ ਨੇ ਉੱਤਰ ਵਿੱਚ ਉਹਨਾਂ ਨੂੰ ਕਿਹਾ, ਜੋ ਸਿੱਖਿਆ ਮੈਂ ਦਿੰਦਾ ਹਾਂ ਇਹ ਮੇਰੀ ਨਹੀਂ, ਸਗੋਂ ਮੇਰੇ ਘੱਲਣ ਵਾਲੇ ਦੀ ਹੈ। ਜੋ ਕੋਈ ਵੀ ਪਰਮੇਸ਼ਵਰ ਦੀ ਮਰਜ਼ੀ ਪੂਰੀ ਕਰਨ ਦੀ ਇੱਛਾ ਰੱਖਦਾ ਹੈ, ਉਹ ਇਸ ਸਿੱਖਿਆ ਬਾਰੇ ਜਾਣੇਗਾ ਕਿ ਇਹ ਪਰਮੇਸ਼ਵਰ ਵੱਲੋਂ ਹੈ ਜਾਂ ਮੈਂ ਆਪਣੇ ਵੱਲੋਂ ਬੋਲ ਰਿਹਾ ਹਾਂ। ਜੋ ਕੋਈ ਆਪਣੇ ਵੱਲੋਂ ਬੋਲਦਾ ਹੈ ਉਹ ਆਪਣੀ ਵਡਿਆਈ ਚਾਹੁੰਦਾ ਹੈ, ਪਰ ਜੋ ਕੋਈ ਆਪਣੇ ਘੱਲਣ ਵਾਲੇ ਦੀ ਵਡਿਆਈ ਚਾਹੁੰਦਾ ਹੈ ਉਹ ਸੱਚਾ ਹੈ ਅਤੇ ਉਸ ਵਿੱਚ ਕੋਈ ਕਪਟ ਨਹੀਂ ਹੈ। ਕੀ ਮੂਸਾ ਨੇ ਤੁਹਾਨੂੰ ਵਿਵਸਥਾ ਨਹੀਂ ਦਿੱਤੀ? ਪਰ ਤੁਹਾਡੇ ਵਿੱਚੋਂ ਕੋਈ ਵੀ ਉਸ ਉੱਤੇ ਨਹੀਂ ਚੱਲਦਾ ਹੈ। ਤੁਸੀਂ ਮੈਨੂੰ ਮਾਰਨ ਦੀਆਂ ਦਲੀਲਾਂ ਕਿਉਂ ਕਰਦੇ ਹੋ? ਭੀੜ ਨੇ ਉੱਤਰ ਦਿੱਤਾ, ਤੇਰੇ ਉੱਤੇ ਭੂਤ ਸਵਾਰ ਹੈ, ਕੌਣ ਤੈਨੂੰ ਮਾਰਨ ਦੀ ਸੋਚ ਰਿਹਾ ਹੈ? ਯਿਸੂ ਨੇ ਉਹਨਾਂ ਨੂੰ ਕਿਹਾ, ਮੈਂ ਇੱਕ ਹੀ ਕੰਮ ਕੀਤਾ ਹੈ ਅਤੇ ਤੁਸੀਂ ਹੈਰਾਨ ਹੋ। ਨਿਰਸੰਦੇਹ ਮੂਸਾ ਨੇ ਤੁਹਾਨੂੰ ਸੁੰਨਤ ਦੀ ਰਵਾਇਤ ਦਿੱਤੀ। ਬੇਸ਼ੱਕ ਅਸਲ ਵਿੱਚ ਮੂਸਾ ਤੋਂ ਨਹੀਂ ਬਲਕਿ ਤੁਹਾਡੇ ਪੁਰਖਿਆਂ ਤੋਂ ਇਸ ਦਾ ਸ਼ੁਰੂ ਹੋਇਆ, ਅਤੇ ਤੁਸੀਂ ਸਬਤ ਦੇ ਦਿਨ ਆਦਮੀ ਦੀ ਸੁੰਨਤ ਕਰਦੇ ਹੋ। ਜੇਕਰ ਤੁਸੀਂ ਆਦਮੀ ਦੀ ਸੁੰਨਤ ਸਬਤ ਵਾਲੇ ਦਿਨ ਇਸ ਲਈ ਕਰਦੇ ਹੋ ਕਿ ਮੂਸਾ ਦੀ ਵਿਵਸਥਾ ਭੰਗ ਨਾ ਹੋਵੇ, ਫਿਰ ਤੁਸੀਂ ਮੇਰੇ ਨਾਲ ਗੁੱਸੇ ਕਿਉਂ ਹੋ ਰਹੇ ਹੋ ਕਿ ਮੈਂ ਇੱਕ ਆਦਮੀ ਨੂੰ ਸਬਤ ਦੇ ਦਿਨ ਨਰੋਆ ਕੀਤਾ ਹੈ? ਬਾਹਰੀ ਰੂਪ ਦੇਖ ਕੇ ਨਿਆਂ ਨਾ ਕਰੋ, ਸਗੋਂ ਸੱਚਾ ਨਿਆਂ ਸੱਚਾਈ ਨਾਲ ਕਰੋ। ਕੀ ਇਹ ਮਸੀਹ ਹੈ? ਯਰੂਸ਼ਲਮ ਦੇ ਕੁਝ ਰਹਿਣ ਵਾਲਿਆਂ ਨੇ ਕਿਹਾ ਕਿ ਇਹ ਉਹੀ ਨਹੀਂ ਹੈ ਜਿਸ ਨੂੰ ਉਹ ਮਾਰਨਾ ਚਾਹੁੰਦੇ ਸਨ। ਪਰ ਦੇਖੋ, ਇਹ ਖੁੱਲ੍ਹੇਆਮ ਬੋਲ ਰਿਹਾ ਹੈ ਅਤੇ ਕੋਈ ਵੀ ਇਸ ਨੂੰ ਕੁਝ ਨਹੀਂ ਕਹਿੰਦਾ। ਕਿ ਕਿਤੇ ਅਧਿਕਾਰੀ ਲੋਕ ਸੱਚ ਹੀ ਮੰਨ ਤੇ ਨਹੀਂ ਗਏ ਕਿ ਇਹੀ ਮਸੀਹ ਹੈ। ਇਸ ਬਾਰੇ ਅਸੀਂ ਜਾਣਦੇ ਹਾਂ ਕਿ ਇਹ ਕਿੱਥੋਂ ਦਾ ਹੈ, ਪਰ ਜਦੋਂ ਮਸੀਹ ਆਏਗਾ ਕੋਈ ਨਹੀਂ ਜਾਣੇਗਾ ਕਿ ਉਹ ਕਿੱਥੋਂ ਦਾ ਹੈ। ਯਿਸੂ ਨੇ ਮੰਦਿਰ ਵਿੱਚ ਸਿੱਖਿਆ ਦਿੰਦੇ ਹੋਏ ਉੱਚੀ ਆਵਾਜ਼ ਨਾਲ ਕਿਹਾ, ਤੁਸੀਂ ਮੈਨੂੰ ਜਾਣਦੇ ਹੋ, ਪਰ ਕੀ ਤੁਸੀਂ ਜਾਣਦੇ ਹੋ ਕਿ ਮੈਂ ਕਿੱਥੋਂ ਹਾਂ? ਮੈਂ ਆਪਣੇ ਆਪ ਨਹੀਂ ਆਇਆ ਹਾਂ, ਜਿਸ ਨੇ ਮੈਨੂੰ ਘੱਲਿਆ ਹੈ
ਉਹ ਸੱਚਾ ਹੈ, ਪਰ ਤੁਸੀਂ ਉਸ ਨੂੰ ਨਹੀਂ ਜਾਣਦੇ ਹੋ। ਮੈਂ ਉਸ ਨੂੰ ਜਾਣਦਾ ਹਾਂ, ਕਿਉਂਕਿ ਮੈਂ ਉਸ ਤੋਂ ਹਾਂ ਅਤੇ ਉਸਨੇ ਮੈਨੂੰ ਘੱਲਿਆ ਹੈ। ਇਸ ਉੱਤੇ ਉਹਨਾਂ ਨੇ ਯਿਸੂ ਨੂੰ ਫੜਨ ਦੀ ਕੋਸ਼ਿਸ਼ ਕੀਤੀ, ਪਰ ਕੋਈ ਵੀ ਉਹਨਾਂ ਤੇ ਹੱਥ ਨਾ ਪਾ ਸਕਿਆ, ਕਿਉਂਕਿ ਅਜੇ ਉਹਨਾਂ ਦਾ ਸਮਾਂ ਨਹੀਂ ਆਇਆ ਸੀ। ਪਰ ਬਹੁਤੇ ਸਾਰੇ ਲੋਕਾਂ ਨੇ ਭੀੜ ਵਿੱਚੋਂ ਯਿਸੂ ਉੱਤੇ ਵਿਸ਼ਵਾਸ ਕੀਤਾ। ਉਹ ਕਹਿਣ ਲੱਗੇ, ਜਦੋਂ ਮਸੀਹ ਆਵੇਗਾ ਕਿ ਉਹ ਇਹਨਾਂ ਨਾਲੋਂ ਅਧਿਕ ਚਿੰਨ੍ਹ ਦਿਖਾਏਗਾ। ਮੰਦਿਰ ਦੇ ਪਹਿਰੇਦਾਰਾਂ ਦਾ ਪ੍ਰਭੂ ਯਿਸੂ ਨੂੰ ਫੜਨ ਲਈ ਘੱਲਿਆ ਜਾਣਾ। ਫਰੀਸੀਆਂ ਨੇ ਲੋਕਾਂ ਨੂੰ ਇਹਨਾਂ ਗੱਲਾਂ ਦੀ ਯਿਸੂ ਬਾਰੇ ਚਰਚਾ ਕਰਦੇ ਸੁਣਿਆ ਤਾਂ ਮਹਾਂਪੁਰੋਹਿਤਾਂ ਅਤੇ ਫਰੀਸੀਆਂ ਨੇ ਮੰਦਿਰ ਦੇ ਪਹਿਰੇਦਾਰਾਂ ਨੂੰ ਘੱਲਿਆ ਕਿ ਉਹ ਯਿਸੂ ਨੂੰ ਫੜਨ। ਪਰ ਯਿਸੂ ਨੇ ਲੋਕਾਂ ਨੂੰ ਕਿਹਾ, ਥੋੜੇ ਚਿਰ ਦੇ ਲਈ ਮੈਂ ਤੁਹਾਡੇ ਨਾਲ ਹਾਂ, ਫਿਰ ਮੈਂ ਉਸ ਕੋਲ ਜਾਵਾਂਗਾ ਜਿਸ ਨੇ ਮੈਨੂੰ ਘੱਲਿਆ ਹੈ। ਤੁਸੀਂ ਮੈਨੂੰ ਲੱਭੋਗੇ, ਪਰ ਮੈਂ ਤੁਹਾਨੂੰ ਨਾ ਲੱਭਾਂਗਾ, ਕਿਉਂਕਿ ਜਿੱਥੇ ਮੈਂ ਹੋਵਾਂਗਾ ਤੁਸੀਂ ਉੱਥੇ ਨਹੀਂ ਆ ਸਕੋਗੇ। ਇਸ ਉੱਤੇ ਯਹੂਦੀ ਆਪੋ ਵਿੱਚ ਕਹਿਣ ਲੱਗੇ, ਇਹ ਕਿੱਥੇ ਜਾਣ ਦੀ ਸੋਚ ਰਿਹਾ ਹੈ ਕਿ ਅਸੀਂ ਇਸ ਨੂੰ ਨਹੀਂ ਲੱਭ ਸਕਾਂਗੇ? ਕੀ ਇਹ ਖਿੰਡੇ ਹੋਏ ਯਹੂਦੀਆਂ ਕੋਲ ਯੂਨਾਨੀ ਨਗਰਾਂ ਵਿੱਚ ਜਾਵੇਗਾ ਅਤੇ ਯੂਨਾਨੀਆਂ ਨੂੰ ਵੀ ਸਿੱਖਿਆ ਦੇਵੇਗਾ? ਇਸ ਦੇ ਇਹਨਾਂ ਸ਼ਬਦਾਂ ਦਾ ਕੀ ਅਰਥ ਹੈ ਕਿ ਤੁਸੀਂ ਮੈਨੂੰ ਲੱਭੋਗੇ, ਪਰ ਮੈਂ ਤੁਹਾਨੂੰ ਨਾ ਲੱਭਾਂਗਾ, ਅਤੇ ਜਿੱਥੇ ਮੈਂ ਹੋਵਾਂਗਾ ਤੁਸੀਂ ਉੱਥੇ ਨਹੀਂ ਆ ਸਕੋਗੇ। ਜੀਵਨ ਜਲ ਦੀਆਂ ਧਾਰਾਂ। ਤਿਉਹਾਰ ਦੇ ਅੰਤਮ ਅਤੇ ਪ੍ਰਮੁੱਖ ਦਿਨ ਯਿਸੂ ਨੇ ਖੜੇ ਹੋ ਕੇ ਉੱਚੀ ਆਵਾਜ਼ ਨਾਲ ਪੁਕਾਰ ਕੇ ਕਿਹਾ, ਜੇਕਰ ਕੋਈ ਧਿਆਇਆ ਹੈ ਤਾਂ ਉਹ ਮੇਰੇ ਕੋਲ ਆਏ ਅਤੇ ਪੀਏ। ਜਿਸ ਤਰ੍ਹਾਂ ਧਰਮ ਗ੍ਰੰਥ ਵਿੱਚ ਲਿਖਿਆ ਹੋਇਆ ਹੈ, ਉਹ ਜਿਹੜਾ ਮੇਰੇ ਉੱਤੇ ਵਿਸ਼ਵਾਸ ਕਰਦਾ ਹੈ, ਉਸ ਦੇ ਅੰਦਰੋਂ ਜੀਵਨ ਦੇ ਜਲ ਦੀਆਂ ਧਾਰਾਂ ਫੁੱਟ ਪੈਣਗੀਆਂ। ਯਿਸੂ ਨੇ ਪਵਿੱਤਰ ਆਤਮਾ ਦੇ ਬਾਰੇ ਕਿਹਾ, ਜਿਸ ਨੂੰ ਉਸ ਦੇ ਵਿਸ਼ਵਾਸ ਕਰਨ ਵਾਲੇ ਪ੍ਰਾਪਤ ਕਰਨ ਵਾਲੇ ਸਨ। ਕਾਰਨ ਕਿ ਅਜੇ ਤੱਕ ਪਵਿੱਤਰ ਆਤਮਾ ਕਿਸੇ ਨੂੰ ਨਹੀਂ ਦਿੱਤੀ ਗਈ ਸੀ, ਕਿਉਂਕਿ ਯਿਸੂ ਅਜੇ ਤੱਕ ਆਪਣੀ ਮਹਿਮਾ ਨੂੰ ਨਹੀਂ ਪਹੁੰਚੇ ਸਨ। ਪ੍ਰਭੂ ਯਿਸੂ ਅਸੀਂ ਇੱਥੇ ਦੇਖਦੇ ਪਏ ਹਾਂ, ਰੋਟੀ ਜੋ ਉਹਨਾਂ ਨੇ ਉਸ ਉਜਾੜ ਦੇ ਵਿੱਚ ਖਾਧੀ, ਜੋ ਪਸਾਹ ਦੇ ਦਿਨ ਦੀ ਨਿਸ਼ਾਨੀ ਆ, ਔਰ ਜਿਹੜੀ ਪਸਾਹ ਤੋਂ ਬਾਅਦ ਪਸਾਹ ਦੇ ਤਿਉਹਾਰ ਦੇ ਉੱਤੇ ਉਸੇ ਤਰ੍ਹਾਂ ਪ੍ਰਭੂ ਯਿਸੂ ਨੇ ਉਹਨਾਂ ਨੂੰ ਰੋਟੀਆਂ ਦਿੱਤੀਆਂ, ਸਵਰਗ ਤੋਂ ਆਈਆਂ ਰੋਟੀਆਂ ਦਿੱਤੀਆਂ। ਇੱਥੇ ਅਸੀਂ ਕੀ ਦੇਖਦੇ ਪਏ ਹਾਂ? ਇਹ ਤਿਉਹਾਰ ਇੱਕ ਐਸਾ ਸੀ ਕਿ ਸਾਡੇ ਪ੍ਰਭੂ ਨੇ ਸਾਨੂੰ ਉਸ ਬਣ ਦੇ ਵਿੱਚ, ਉਸ ਉਜਾੜ ਦੇ ਵਿੱਚ ਉਸਨੇ ਸਾਨੂੰ ਪੀਣ ਨੂੰ ਵੀ ਪਾਣੀ ਦਿੱਤਾ। ਔਰ ਇਹ ਜਿਹੜੀ ਬਰਕਤ ਸੀ, ਇਹ ਬਹੁਤ ਵੱਡੀ ਬਰਕਤ ਸੀ। ਪਾਣੀ ਇੱਕ ਬਹੁਤ ਵੱਡੀ ਬਰਕਤ ਆ ਉਸ ਇਲਾਕੇ ਦੇ ਲਈ। ਯਾਨੀ ਕਿ ਜਿੱਥੇ ਮਰਜ਼ੀ ਟੂਟੀ ਛੱਡੋ ਤੇ ਪਾਣੀ ਆ ਜਾਣਾ, ਨਾ ਕੋਹਾਂ ਤੱਕ ਪਾਣੀ ਨਹੀਂ ਮਿਲਦਾ। ਪਾਣੀ ਇੱਕ ਬਹੁਤ ਵੱਡੀ ਉਸ ਇਲਾਕੇ ਦੀ ਬਰਕਤ। ਜਿੱਥੇ ਪਾਣੀ ਹੋਵੇ ਉਸ ਜਗ੍ਹਾ ਨੂੰ ਉਹ ਹਮੇਸ਼ਾ ਪਵਿੱਤਰ ਗਿਣਦੇ ਆ। ਐਕਚੁਅਲੀ ਉਹ ਕਹਿੰਦੇ ਇੱਥੇ ਪ੍ਰਭੂ ਦੀ ਖਾਸ ਦਇਆ ਆ, ਇੱਥੇ ਪ੍ਰਭੂ ਦੀ ਬਹੁਤ ਵੱਡੀ ਹਜ਼ੂਰੀ ਆ, ਜਿਹੜਾ ਇੱਥੇ ਪਾਣੀ ਆ। ਜਿਸ ਲਈ ਪ੍ਰਭੂ ਯਿਸੂ ਮਸੀਹ ਇਹ ਚੀਜ਼ ਕਹਿ ਰਹੇ ਆ ਕਿ ਜਿਹੜਾ ਮੇਰੇ ਉੱਤੇ ਵਿਸ਼ਵਾਸ ਕਰੇਗਾ, ਉਸ ਨੂੰ ਉਸਦੇ ਅੰਦਰੋਂ ਜੀਵਨ ਜਲ ਦੀਆਂ ਧਾਰਾਂ ਫੁੱਟ ਪੈਣਗੀਆਂ। ਤੇ ਜਿਹੜਾ ਜਲ ਤੁਸੀਂ ਇਸ ਵੇਲੇ ਲੈ ਕੇ ਆਉਂਦੇ ਪਏ ਆ, ਇਹ ਨਹੀਂ, ਉਹ ਅਸਲੀ ਜਲ ਜਿਹੜਾ ਮੈਂ ਤੁਹਾਨੂੰ ਦਊਂਗਾ। ਔਰ ਇਹ ਜਿਸ ਲਈ ਇਹ ਅੰਤਮ ਦਿਨ ਹੁੰਦਾ ਸੀਗਾ ਡੇਰਿਆਂ ਦੇ ਤਿਉਹਾਰਾਂ ਦਾ, ਅੰਤਮ ਦਿਨ ਹੁੰਦਾ ਸੀ, ਜਿਸ ਦਿਨ ਉਹ ਇਸ ਦਿਨ ਤੋਂ ਬਾਅਦ ਜਿਸ ਵੇਲੇ ਉਹ ਇਹ ਹੋ ਜਾਂਦਾ ਸੀ, ਫਿਰ ਆਪਣੇ ਤੰਬੂ ਚੁੱਕ ਲੈਂਦੇ ਸੀ, ਫਿਰ ਆਪਣੇ ਘਰਾਂ ਨੂੰ ਚਲੇ ਜਾਂਦੇ ਸੀ, ਤਿਉਹਾਰ ਪੂਰਾ ਹੋ ਜਾਂਦਾ ਸੀ। ਔਰ ਪ੍ਰਭੂ ਯਿਸੂ ਨੇ ਇਹ ਜਿਹੜੀ ਗੱਲਬਾਤ ਹੋਈ ਹੈ, ਇਸ ਵੈਰੀ ਇੰਪੋਰਟੈਂਟ। ਇਹ ਸਾਰੀ ਅਸੀਂ ਇਸ ਕਰਕੇ ਪੜ੍ਹੀ ਹੈ 2-3 ਕਾਰਨਾਂ ਦੇ ਕਰਕੇ। ਨੰਬਰ 1 ਕਿ ਫਰੀਸੀ ਉੱਥੇ ਹੈਗੇ ਆ, ਉਹਨਾਂ ਨੂੰ ਪਤਾ ਆ ਕਿ ਮੂਸਾ ਨੂੰ ਕਿਸੇ ਨੇ ਨਹੀਂ ਸਿਖਾਇਆ। ਮੂਸਾ ਸਾਡੇ ਵਿੱਚ ਨਹੀਂ ਪੜਿਆ, ਮੂਸਾ ਪੜਿਆ ਮਿਸਰ ਦੇ ਰਾਜਾ ਦੇ ਘਰ ਦੇ ਵਿੱਚ, ਉਹ ਰਾਜਕੁਮਾਰਾਂ ਦੇ ਵਾਂਗ ਪੜਿਆ, ਉਸਨੂੰ ਸਾਡੇ ਇਤਿਹਾਸ ਦਾ ਕੁਛ ਨਹੀਂ ਪਤਾ। ਸੋ ਜਿਸ ਲਈ ਮੂਸਾ ਪ੍ਰਭੂ ਦੇ ਵੱਲੋਂ ਬੋਲਦਾ ਸੀ ਤਾਂ ਉਹ ਕਹਿੰਦੇ, ਉਹਨਾਂ ਨੂੰ ਇਹ ਸੀਗਾ ਕਿ ਇਹ ਬੰਦਾ ਪ੍ਰਭੂ ਦੇ ਵੱਲੋਂ ਬੋਲਦਾ ਪਿਆ ਕਿਉਂਕਿ ਪ੍ਰਭੂ ਇਹਨੂੰ ਦੇ ਰਿਹਾ ਬੋਲਣ, ਇਹ ਚੀਜ਼ਾਂ ਕਹਿ ਰਿਹਾ ਬੋਲਣ ਦੇ ਲਈ। ਇਸ ਨੂੰ ਕਿਸੇ ਨੇ ਕੋਈ ਚੀਜ਼ ਸਿਖਾਈ ਨਹੀਂ। ਸੇਮ ਉਹਨਾਂ ਨੂੰ ਪ੍ਰਭੂ ਯਿਸੂ ਮਸੀਹ ਦੇ ਬਾਰੇ ਪਤਾ। ਬੇਸ਼ੱਕ ਉਹ ਬੈਤਲਹਿਮ ਦੇ ਵਿੱਚ ਪੈਦਾ ਹੋਏ ਸੀ, ਲੇਕਿਨ ਉਹ ਨਾਜ਼ਰਤ ਦੇ ਵਿੱਚ ਸੀਗਾ ਕਿ ਨਾਜ਼ਰਤ, ਉਹ ਕਹਿੰਦਾ ਨਾਜ਼ਰਤ ਦੇ ਵਿੱਚ ਕੋਈ ਚੰਗੀ ਚੀਜ਼ ਆ ਸਕਦੀ, ਨਾਜ਼ਰਤ ਦੇ ਵਿੱਚੋਂ ਕੀ ਚੰਗਾ ਨਿਕਲ ਸਕਦਾ।
ਸਵਾਏ ਪਹਾੜੀਆਂ ਤੇ ਦਾੜੀਆਂ ਤੇ ਕਿੰਨਾ ਉਸ ਤੋਂ ਬਾਅਦ ਜਿਹੜੇ ਉਸ ਇਲਾਕੇ ਦੇ ਵਿੱਚ ਝਾੜੀਆਂ, ਇਸ ਤੋਂ ਇਲਾਵਾ ਤਾਂ ਉੱਥੇ ਹੈ ਹੀ ਕੁਛ ਨਹੀਂ। ਭੇਡਾਂ ਬੱਕਰੀਆਂ ਵਾਲੇ ਉੱਥੇ ਲੋਕ ਰਹਿੰਦੇ ਆ। ਨਾਜ਼ਰਤ ਵਿੱਚ ਕੋਈ ਚੰਗੀ ਚੀਜ਼ ਨਿਕਲ ਸਕਦੀ। ਸੋ ਉਹਨਾਂ ਨੂੰ ਇਹ ਪਤਾ ਕਿ ਪ੍ਰਭੂ ਨਾਜ਼ਰਤ ਤੋਂ ਆ, ਔਰ ਇਸ ਕਰਕੇ ਉਹ ਕਹਿੰਦੇ ਕਿ ਇਹਨੂੰ ਸਿਖਾਇਆ ਕਿਹਨੇ। ਇੱਕ ਦੂਜੇ ਨੂੰ ਬੇਸਿਕਲੀ ਪੁੱਛਦੇ ਪਏ ਕਿ ਤੂੰ ਸਿਖਾਇਆ? ਉਹ ਨਹੀਂ, ਮੇਰੇ ਤੋਂ ਤਾਂ ਨਹੀਂ ਆਇਆ। ਤੂੰ ਸਿਖਾਇਆ? ਨਹੀਂ, ਕਿਸੇ ਨੇ। ਸਭ ਨੇ ਸਿਖਾਇਆ, ਤੈਨੂੰ ਕਿਸਨੇ ਉਸਨੂੰ ਸਿਖਾਇਆ? ਸੋ ਉੱਥੇ ਪ੍ਰਭੂ ਯਿਸੂ ਮਸੀਹ ਨੇ ਮੂਸਾ ਦੀ ਜੋ ਜਗ੍ਹਾ ਸੀ ਉਹ ਭਰੀ ਆ। ਮੂਸਾ ਨੂੰ ਕਿਸੇ ਨੇ ਨਹੀਂ ਸਿਖਾਇਆ ਸੀ, ਪ੍ਰਭੂ ਨੇ ਆਪ ਸਭ ਕੁਝ ਉਸਨੂੰ ਦਿੱਤਾ ਸੀ। ਇਸੇ ਤਰ੍ਹਾਂ ਉਸਨੇ ਕਿਹਾ ਕਿ ਜੋ ਮੈਂ ਉਹੀ ਕਰਦਾ ਜੋ ਮੇਰਾ ਘੱਲਣ ਵਾਲਾ। ਮੂਸਾ ਨੂੰ ਘੱਲਣ ਵਾਲਾ ਕੌਣ ਸੀ? ਪ੍ਰਭੂ ਆਪ। ਮਿਦਿਆਨ ਦੇ ਇਲਾਕੇ ਦੇ ਵਿੱਚੋਂ ਜਿਸ ਰਸੀਨ ਪਹਾੜ ਤੋਂ ਮੂਸਾ ਨੂੰ ਘੱਲਿਆ ਗਿਆ। ਕਿਹਨੇ ਘੱਲਿਆ? ਪ੍ਰਭੂ ਨੇ ਆਪ ਘੱਲਿਆ। ਸੋ ਉਸਨੇ ਜਾ ਕੇ ਦੱਸਿਆ ਕਿ ਮੈਨੂੰ ਤੁਹਾਡੇ ਪੁਰਖਿਆਂ ਦੇ ਪ੍ਰਭੂ ਨੇ ਘੱਲਿਆ। ਸੋ ਇੱਥੇ ਪ੍ਰਭੂ ਯਿਸੂ ਮਸੀਹ ਉਹੀ ਚੀਜ਼ ਕਹਿ ਰਹੇ ਕਿ ਇਹ ਮੇਰੇ ਜਿੰਨੇ ਮੈਨੂੰ ਘੱਲਿਆ ਆ, ਇਹ ਮੇਰੇ ਘੱਲਣ ਵਾਲੇ ਦੇ ਸ਼ਬਦ ਹੈ ਮੇਰੀ। ਤਾਂ ਉੱਥੇ ਜਿਹੜੀ ਮੂਸਾ ਦੀ ਜਿਹੜੀ ਗੱਦੀ ਆ, ਜਿਹੜਾ ਉਸਨੇ ਕਿਹਾ ਸੀ, ਉਹ ਵੀ ਸੰਪੂਰਨ ਹੋ ਗਿਆ। ਔਰ ਉਸਦੇ ਨਾਲ ਜਿਹੜਾ ਡੇਰਿਆਂ ਦੇ ਤਿਉਹਾਰ ਦਾ ਜਿਹੜਾ ਮੰਤਵ ਸੀ, ਉਹ ਵੀ ਪ੍ਰਭੂ ਯਿਸੂ ਮਸੀਹ ਦੇ ਵਿੱਚ ਪੂਰਾ ਹੋ ਗਿਆ। ਹਾਨੀ ਕਰਦਾ ਅਸੀਂ ਗਾਂ ਜਾ ਕੇ ਦੇਖਾਂਗੇ। ਆਓ ਹੁਣ ਅਸੀਂ 18ਵੀਂ ਇੱਥੇ ਵਾਪਸ ਆ ਜਾਈਏ। 18ਵੀਂ ਆਇਤ ਦੇ ਵਿੱਚ ਅਸੀਂ ਦੇਖਾਂਗੇ 18 ਤੋਂ 21 ਥੋੜੀਆਂ ਆਇਤਾਂ ਆ ਜਿਸ ਨੂੰ ਮਿਲ ਜਾ ਪੜਦੇ। ਨਿਆਂ ਦਾ ਪ੍ਰਬੰਧ। ਤੁਸੀਂ ਆਪਣੇ ਹਰ ਨਗਰ ਵਿੱਚ ਜੋ ਪ੍ਰਭੂ ਤੁਹਾਡਾ ਪਰਮੇਸ਼ਰ ਦੇ ਰਿਹਾ ਹੈ, ਆਪਣੇ ਆਪਣੇ ਕਬੀਲੇ ਅਨੁਸਾਰ ਨਿਆਂ ਕਰਤਾ ਅਤੇ ਅਧਿਕਾਰੀ ਨਿਯੁਕਤ ਕਰਨ। ਇਹ ਲੋਕ ਪੂਰੀ ਇਮਾਨਦਾਰੀ ਨਾਲ ਬਿਨਾਂ ਪੱਖਪਾਤ ਕੀਤੇ ਨਿਆਂ ਕਰਨਾ। ਉਹ ਕਿਸੇ ਤਰ੍ਹਾਂ ਵੀ ਨਿਆਂ ਨੂੰ ਨਾ ਵਿਗਾੜਨ, ਨਾ ਕਿਸੇ ਤਰ੍ਹਾਂ ਪੱਖਪਾਤ ਕਰਨ ਤੇ ਨਾ ਵੱਡੀ ਲੈਣ। ਵੱਡੀ ਸਮਝਦਾਰ ਆਦਮੀ ਦੀਆਂ ਅੱਖਾਂ ਨੂੰ ਵੀ ਅੰਨ੍ਹਿਆਂ ਕਰ ਦਿੰਦੀ ਹੈ ਅਤੇ ਭੋਲਿਆਂ ਨੂੰ ਗਲਤ ਰਾਹੀਂ ਪਾ ਦਿੰਦੀ ਹੈ। ਤੁਸੀਂ ਕੇਵਲ ਸੱਚੇ ਨਿਆਂ ਦੀ ਹੀ ਪੈਰਵੀ ਕਰਨਾ ਕਿ ਤੁਸੀਂ ਉਸ ਧਰਤੀ ਤੇ ਰਹਿ ਕੇ ਕਬਜ਼ਾ ਕਰ ਸਕੋ ਜੋ ਪ੍ਰਭੂ ਤੁਹਾਡਾ ਪਰਮੇਸ਼ਰ ਤੁਹਾਨੂੰ ਦੇ ਰਿਹਾ ਹੈ। ਜਦੋਂ ਤੁਸੀਂ ਕੋਈ ਬੇਦੀ ਪ੍ਰਭੂ ਆਪਣੇ ਪਰਮੇਸ਼ਰ ਦੇ ਲਈ ਬਣਾਓ ਤਾਂ ਤੁਸੀਂ ਉਸ ਦੇ ਲਾਗੇ ਕੋਈ ਪਵਿੱਤਰ ਜਾਣ ਕੇ ਰੁੱਖ ਨਾ ਲਾਉਣਾ, ਨਾ ਹੀ ਤੁਸੀਂ ਉੱਥੇ ਕੋਈ ਥੰਮ ਕੱਢਣਾ ਜਿਸ ਨੂੰ ਪ੍ਰਭੂ ਤੁਹਾਡਾ ਪਰਮੇਸ਼ਰ ਘਿਰਣਾ ਕਰਦਾ ਹੈ। ਆਮੀਨ। ਸੋ ਇਹ ਜਿਹੜੀ ਮੇਨ ਚੀਜ਼ ਪ੍ਰਭੂ ਨੇ ਉਹਨਾਂ ਨੂੰ ਦੱਸੀ ਹੈ ਕਿ ਜਿਹੜਾ ਨਿਆਂ ਕਰਤਾ ਆ, ਉਸਨੂੰ ਮੇਰਾ ਡਰ ਹੋਣਾ ਚਾਹੀਦਾ, ਉਸਨੂੰ ਮੇਰਾ ਧਿਆਨ ਕਰਦਿਆਂ ਹੋਇਆ ਨਿਆਂ ਕਰਨਾ ਚਾਹੀਦਾ। ਔਰ ਇੱਥੋਂ ਜਿਹੜੀ ਪ੍ਰਥਾ ਚੱਲੀ ਆ ਕਿ ਉਹ ਮੈਂ ਬਾਈਬਲ ਤੇ ਹੱਥ ਰੱਖ ਕੇ ਕਹਿਣਾ ਕਿ ਮੈਂ ਜੋ ਵੀ ਕਹੂੰਗਾ ਸੱਚ ਕਹੂੰਗਾ। ਜਿੰਨੇ ਵੀ ਸਾਡੇ ਲੀਡਰ ਆ, ਉਹਨਾਂ ਨੂੰ ਜਿਹੜਾ ਵੀ ਉਹ ਧਰਮ ਨੂੰ ਮੰਨਦੇ, ਉਹਨਾਂ ਦੇ ਉੱਤੇ ਹੱਥ ਰੱਖ ਕੇ ਉਹਨਾਂ ਨੂੰ ਕਸਮ ਚੁਕਾਈ ਜਾਂਦੀ ਕਿ ਮੈਂ ਜੋ ਵੀ ਕੰਮ ਕਰੂੰਗਾ। ਜਿੰਨੇ ਵੀ ਅਸੀਂ ਪ੍ਰਾਈਮ ਮਿਨਿਸਟਰ ਚੁਣਦੇ ਹਾਂ, ਉਸ ਤੋਂ ਬਾਅਦ ਜਿਹੜੇ ਅਗਲਿਆਂ ਅਹੁਦਿਆਂ ਦੇ ਉੱਤੇ ਸਾਰੇ ਚੁਣੇ ਜਾਂਦੇ ਆ, ਉਹਨਾਂ ਨੂੰ ਇਸ ਚੀਜ਼ ਦਾ, ਪ੍ਰਭੂ ਦਾ ਡਰ ਦੇ ਅਨੁਸਾਰ ਉਹਨਾਂ ਨੂੰ ਉਹ ਸਹੁੰ ਚੁੱਕਣੀ ਪੈਂਦੀ ਆ। ਔਰ ਇਹ ਸਹੁੰ ਚੁੱਕਣ ਦਾ ਜਿਹੜੀ ਪ੍ਰਥਾ ਆ, ਉਹ ਵੀ ਇੱਥੋਂ ਆਈ ਕਿ ਉਹ ਪ੍ਰਭੂ ਦੇ ਤੰਬੂ ਦੇ ਅੱਗੇ ਜਾ ਕੇ ਜਿੰਨੇ ਵੀ ਨਿਆਂ ਕਰਤਾ ਹੁੰਦੇ ਸੀਗੇ, ਉਹਨਾਂ ਸਾਰਿਆਂ ਨੂੰ ਉਹ ਜਿਹੜਾ ਪ੍ਰਭੂ ਦਾ ਪਵਿੱਤਰ ਤੰਬੂ ਸੀਗਾ ਉੱਥੇ ਇਕੱਠੇ ਕੀਤਾ ਜਾਂਦਾ ਸੀ। ਔਰ ਉਸਦੇ ਵਿੱਚ ਜਿਹੜਾ ਪਹਿਲਾ ਸੈਕਸ਼ਨ ਹੁੰਦਾ ਸੀ, ਜਿੱਥੇ ਸਾਰੀਆਂ ਕੌਮਾਂ ਦੇ ਲੋਕ ਜਾ ਸਕਦੇ ਸੀ, ਉਹਨਾਂ ਨੂੰ ਉੱਥੇ ਇਕੱਠੇ ਕੀਤਾ ਜਾਂਦਾ ਸੀ। ਔਰ ਉਸ ਇਕੱਠ ਦੇ ਵਿੱਚ ਸਹੁੰ ਚੁੱਕਦੇ ਸੀਗੇ ਕਿ ਅਸੀਂ ਪ੍ਰਭੂ ਦਾ ਡਰ ਰੱਖਦੇ ਹੋਏ ਇਹ ਸਹੁੰ ਚੁੱਕਦੇ ਹਾਂ ਕਿ ਅਸੀਂ ਜਿਹੜਾ ਵੀ ਨਿਆਂ ਕਰਾਂਗੇ ਉਹ ਬਿਨਾਂ ਕਿਸੇ ਪੱਖਪਾਤ ਕਰਾਂਗੇ। ਔਰ ਅਸੀਂ ਹਰ ਨਿਆਂ ਦੇ ਵਿੱਚ ਕੋਈ ਅਸੀਂ ਵੱਡੀ ਨਹੀਂ ਲਵਾਂਗੇ, ਅਸੀਂ ਕਿਸੇ ਦੇ ਨਾਲ ਧੋਖਾ ਨਹੀਂ ਕਰਾਂਗੇ। ਔਰ ਪ੍ਰਭੂ ਤੋਂ ਡਰਦੇ ਹੋਏ ਇਹ ਸਹੁੰ ਚੁੱਕਦੇ ਸੀ, ਫਿਰ ਉਹਨਾਂ ਨੂੰ ਨਿਆਂ ਕਰਤਾ ਥਾਪਿਆ ਜਾਂਦਾ ਸੀ। ਸੋ ਅਸੀਂ ਇੱਥੇ ਇਹ ਦੇਖਦੇ ਪਏ ਹਾਂ। ਔਰ ਦੂਸਰਾ, ਪ੍ਰਭੂ ਨੇ ਕਿਹਾ ਕਿ ਜਿਹੜਾ ਤੁਸੀਂ ਕਦੀ ਵੀ ਜਿਹੜਾ ਕੋਈ ਦਰਖਤ ਜਿਹੜਾ ਹੈਗਾ ਬੇਦੀ ਦੇ ਲੱਗੇ, ਤਾਂ ਕਿ ਕੋਈ ਇਸ ਦੇ ਨਾਲ ਕੋਈ ਪਵਿੱਤਰ ਰੁੱਖ ਨਾ ਬਣ ਜਾਏ। ਲੋਕ ਰੁੱਖਾਂ ਦੀ ਪੂਜਾ ਨਾ ਕਰਨ ਲੱਗ ਪੈਣ, ਲੋਕ ਉਹ ਜਿਹੜੇ ਪਿੱਲਰ ਗੱਡ ਦਿੱਤੇ, ਲੋਕ ਉਹਨਾਂ ਦੀ ਪੂਜਾ ਨਾ ਕਰਨ ਲੱਗ ਪੈਣ, ਉਹ ਸਭ ਕੁਛ ਨਾ ਬਣ ਜਾਵੇ।
ਕਿ ਕਿਉਂਕਿ ਪ੍ਰਭੂ ਨੇ ਕਿਹਾ ਸੀ ਕਿ ਮੈਂ ਅੱਗ ਦੇ ਵਿੱਚੋਂ ਤੁਹਾਡੇ ਨਾਲ ਬੋਲਿਆ ਸੀ, ਔਰ ਜਦੋਂ ਮੈਂ ਤੁਹਾਡੇ ਨਾਲ ਬੋਲਣਾ ਮੇਰੀ ਆਵਾਜ਼ ਤੁਹਾਨੂੰ ਆਏਗੀ। ਮੈਂ ਆਪਣੇ ਨਬੀ ਦੇ ਰਾਹੀਂ ਜਾਂ ਕਿਸੇ ਹੋਰ ਕਿਸੇ ਤੁਹਾਨੂੰ ਸੁਪਨਿਆਂ ਦੇ ਰਾਹੀਂ, ਆਪਣੇ ਨਬੀ ਦੇ ਰਾਹੀਂ, ਕਈ ਤਰੀਕੇ ਪ੍ਰਭੂ ਨੇ ਦੱਸੇ ਜਿਨ੍ਹਾਂ ਦੇ ਰਾਹੀਂ ਮੈਂ ਤੁਹਾਡੇ ਨਾਲ ਗੱਲ ਕਰਾਂਗਾ। ਸੋ ਇਸ ਕਰਕੇ ਪ੍ਰਭੂ ਨੇ ਕਿਹਾ ਸੀ ਵੀ ਜਿਹੜੀ ਤੁਸੀਂ ਵੇਦੀ ਵੀ ਬਣਾਉਣੀ ਉਹ ਕੱਚੀ ਬਣਾਉਣੀ। ਦੂਜਾ, ਉਸ ਦੇ ਲਾਗੇ ਕੋਈ ਵੀ ਚੀਜ਼ ਨਹੀਂ ਬੀਜਣੀ, ਇਹ ਕਹਿ ਕੇ ਕਿ ਇਹ ਪਵਿੱਤਰ ਰੁੱਖ। ਸਾਰੇ ਰੁੱਖ ਜਿਹੜੇ ਆ ਉਹ ਰਚਨਾ ਆ, ਔਰ ਸਾਰੇ ਰੁੱਖ ਪਵਿੱਤਰ। ਸੋ ਤੁਸੀਂ ਕਿਸੇ ਇੱਕ ਰੁੱਖ ਨੂੰ ਉੱਥੇ ਲਾ ਕੇ ਇਹ ਨਹੀਂ ਕਹਿਣਾ ਕਿ ਇੱਥੇ ਇਸ ਜਗ੍ਹਾ ਤੇ ਅਸੀਂ ਪੂਜਾ ਕਰਦੇ ਹਾਂ। ਬੇਦੀ ਉਹ ਬਣਾਉਣੀ ਜਿਹੜੀ ਜਿਸਲੇ ਤੁਸੀਂ ਜਿਹੜੀ ਕੱਚੀ ਹੋਵੇ, ਔਰ ਉਹਦਾ ਅਸੀਂ ਗਾਂ ਜਾ ਕੇ ਦੇਖਾਂਗੇ ਜਿਸਲੇ ਅਸੀਂ ਜਾਸ਼ੂਆ ਦੀ ਪੁਸਤਕ 'ਚ ਪਹੁੰਚ ਜਾਵਾਂਗੇ। ਉੱਥੇ ਇਸਨੂੰ ਅਸੀਂ ਵਿਸਥਾਰ ਦੇ ਨਾਲ ਦੇਖਾਂਗੇ, ਔਰ ਜਿਸਲੇ ਅਸੀਂ ਅਲਾਈਜਾ ਦੇ ਖਾਸ ਕਰਕੇ ਜਿਸਲੇ ਅਲਾਈਜਾ ਦੀ ਸਟੋਰੀ ਤੇ ਪਹੁੰਚਾਂਗੇ ਨਾ, ਉੱਥੇ ਖਾਸ ਕਰਕੇ ਅਸੀਂ ਖੋਲ ਕੇ ਉਹਨਾਂ ਚੀਜ਼ਾਂ ਨੂੰ ਦੇਖਾਂਗੇ। ਸੋ ਆਓ 17ਵੇਂ ਭਾਵ ਦੇ ਵਿੱਚ ਆ ਜਾਓ। ਉਹ ਚੱਲਦੀ ਪਈ ਬਲੀਆਂ ਦੀ ਗੱਲ ਹੁਣ ਦੁਆਰਾ ਚੱਲਦੀ ਪਈ ਆ। ਸੋ 17ਵਾਂ ਭਾਵ ਉਸ ਦੀਆਂ ਪਹਿਲੀਆਂ 13 ਮੈਂ ਪੜ੍ਹ ਦਿੰਦੀ ਬਸ। ਤੁਸੀਂ ਪ੍ਰਭੂ ਆਪਣੇ ਪਰਮੇਸ਼ਰ ਦੇ ਸਾਹਮਣੇ ਕਿਸੇ ਤਰ੍ਹਾਂ ਦੀ ਵੀ ਬੱਝ ਵਾਲੀ ਕੁਰਬਾਨੀ ਨਾ ਚੜਾਉਣਾ, ਕਿਉਂਕਿ ਇਹ ਪ੍ਰਭੂ ਤੁਹਾਡੇ ਪਰਮੇਸ਼ਰ ਸਾਹਮਣੇ ਘਿਨਾਉਣੀ ਚੀਜ਼ ਗਿਣੀ ਜਾਵੇਗੀ। ਜੇਕਰ ਕਦੀ ਤੁਹਾਨੂੰ ਪਤਾ ਲੱਗੇ ਕਿ ਤੁਹਾਡੇ ਕਿਸੇ ਨਗਰ ਵਿੱਚ ਜੋ ਪ੍ਰਭੂ ਤੁਹਾਡੇ ਪਰਮੇਸ਼ਰ ਨੇ ਤੁਹਾਨੂੰ ਦਿੱਤਾ ਹੈ, ਕੋਈ ਆਦਮੀ ਜਾਂ ਔਰਤ ਕੋਈ ਇਹੋ ਜਿਹਾ ਕੰਮ ਕਰ ਰਿਹਾ ਹੈ ਜੋ ਪ੍ਰਭੂ ਤੁਹਾਡੇ ਪਰਮੇਸ਼ਰ ਦੇ ਸਾਹਮਣੇ ਬੁਰਾ ਹੈ, ਕਿਉਂਕਿ ਉਹ ਉਸ ਦੇ ਨਿਯਮ ਨੂੰ ਤੋੜ ਰਿਹਾ ਹੈ, ਅਰਥਾਤ ਉਹ ਮੇਰੇ ਇਹਨਾਂ ਮਨਾ ਕੀਤੇ ਦੇਵਤਿਆਂ ਦੇ ਪਿੱਛੇ ਲੱਗ ਕੇ ਉਹਨਾਂ ਦੀ ਪੂਜਾ ਕਰਨ ਲੱਗ ਪਿਆ ਹੈ, ਸੂਰਜ, ਚੰਦ ਜਾਂ ਕਿਸੇ ਵੀ ਆਕਾਸ਼ੀ ਸ਼ਕਤੀ ਆਦਿ। ਜੇਕਰ ਇਸ ਗੱਲ ਬਾਰੇ ਤੁਹਾਨੂੰ ਦੱਸਿਆ ਜਾਵੇ, ਤੁਸੀਂ ਧਿਆਨ ਨਾਲ ਸੁਣਨਾ, ਪਿੱਛੋਂ ਤੁਸੀਂ ਇਸ ਦੀ ਪੂਰੀ ਤਰ੍ਹਾਂ ਨਾਲ ਜਾਂਚ ਵੀ ਕਰਨਾ, ਅਤੇ ਜੇਕਰ ਇਹ ਸੱਚ ਨਿਕਲੇ ਕਿ ਇਹੋ ਜਿਹੀ ਘਿਨਾਉਣੀ ਗੱਲ ਇਜ਼ਰਾਈਲ ਵਿੱਚ ਹੋ ਰਹੀ ਹੈ, ਤਾਂ ਤੁਸੀਂ ਉਸ ਆਦਮੀ ਜਾਂ ਔਰਤ ਨੂੰ ਜਿਸ ਨੇ ਇਹ ਬੁਰਾਈ ਕੀਤੀ ਹੈ ਆਪਣੇ ਨਗਰ ਦੇ ਫਾਟਕ ਕੋਲ ਲੈ ਜਾਣਾ ਤੇ ਉਸਨੂੰ ਪਥਰਾਓ ਕਰਕੇ ਜਾਨੋਂ ਮਾਰ ਦੇਣਾ। ਪਰ ਮਰਨ ਵਾਲੇ ਦੇ ਵਿਰੁੱਧ 2 ਜਾਂ 3 ਗਵਾਹੀਆਂ ਜ਼ਰੂਰ ਹੋਣ, ਕੇਵਲ ਇੱਕ ਹੀ ਗਵਾਹੀ ਤੇ ਉਸਨੂੰ ਮੌਤ ਦੀ ਸਜ਼ਾ ਨਾ ਦਿੱਤੀ ਜਾਵੇ। ਸਭ ਤੋਂ ਪਹਿਲਾਂ ਗਵਾਹ ਹੀ ਉਸਨੂੰ ਮੌਤ ਦੇ ਲਈ ਪੱਥਰ ਮਾਰਨ ਅਤੇ ਇਸ ਦੇ ਪਿੱਛੋਂ ਦੂਜੇ ਲੋਕ। ਇਸ ਤਰ੍ਹਾਂ ਤੁਸੀਂ ਬੁਰਾਈ ਨੂੰ ਆਪਣੇ ਵਿੱਚੋਂ ਖਤਮ ਕਰੋਗੇ। ਜੇਕਰ ਕਦੀ ਕਿਸੇ ਨਗਰ ਵਿੱਚ ਤੁਹਾਡੇ ਸਾਹਮਣੇ ਇਹੋ ਜਿਹੇ ਮਾਮਲੇ ਆ ਜਾਣ ਜਿਨ੍ਹਾਂ ਦਾ ਫੈਸਲਾ ਤੁਹਾਡੇ ਲਈ ਕਰਨਾ ਕਠਿਨ ਹੋਵੇ, ਜਿਵੇਂ ਕਤਲ ਸੰਬੰਧੀ, ਜਾਇਦਾਦ ਸੰਬੰਧੀ, ਮਾਰ ਕੁਟਾਈ ਸੰਬੰਧੀ ਜਾਂ ਇਹੋ ਜਿਹੇ ਹੋਰ ਮਾਮਲੇ ਜਿਨ੍ਹਾਂ ਸੰਬੰਧੀ ਤੁਸੀਂ ਆਪ ਕੋਈ ਫੈਸਲਾ ਨਾ ਦੇ ਸਕੋ, ਤਾਂ ਤੁਸੀਂ ਉਸ ਥਾਂ ਤੇ ਜਾਵੋ ਜੋ ਪ੍ਰਭੂ ਤੁਹਾਡਾ ਪਰਮੇਸ਼ਰ ਚੁਣੇਗਾ। ਤੁਸੀਂ ਉੱਥੇ ਲੇਵੀ ਪੁਰੋਹਿਤ ਅਤੇ ਉਸ ਸਮੇਂ ਜੋ ਵੀ ਨਿਆਂਕਰਤਾ ਹੋਵੇ ਜਾਣਾ ਅਤੇ ਆਪਣਾ ਮਾਮਲਾ ਉਹਨਾਂ ਅੱਗੇ ਰੱਖਣਾ, ਤਾਂ ਉਹ ਉਸ ਦਾ ਫੈਸਲਾ ਸੁਣਾਉਣਗੇ। ਤਦ ਤੁਸੀਂ ਉਹਨਾਂ ਦੇ ਦਿੱਤੇ ਫੈਸਲੇ ਅਨੁਸਾਰ ਸਭ ਕਰਨਾ ਜੋ ਉਹ ਪ੍ਰਭੂ ਦੀ ਚੁਣੀ ਥਾਂ ਤੋਂ ਦੇਣਗੇ। ਤੁਸੀਂ ਜਿਸ ਤਰ੍ਹਾਂ ਉਹ ਕਹਿਣ ਉਸੇ ਤਰ੍ਹਾਂ ਕਰਨਾ। ਤੁਸੀਂ ਉਹਨਾਂ ਦੁਆਰਾ ਦੱਸੇ ਨਿਯਮ ਅਤੇ ਉਹਨਾਂ ਦੁਆਰਾ ਦਿੱਤੇ ਫੈਸਲੇ ਦੀ ਪੂਰੀ ਤਰ੍ਹਾਂ ਨਾਲ ਪਾਲਣਾ ਕਰਨਾ। ਉਸ ਵਿੱਚ ਤੁਸੀਂ ਥੋੜਾ ਜਿੰਨਾ ਵੀ ਵਾਧਾ ਘਾਟਾ ਨਾ ਕਰਨਾ। ਪਰ ਜੋ ਮਨੁੱਖ ਵੀ ਉਸ ਪ੍ਰਭੂ ਤੁਹਾਡੇ ਪਰਮੇਸ਼ਰ ਦੇ ਸਾਹਮਣੇ ਸੇਵਾ ਦੇ ਲਈ ਹਾਜ਼ਰ ਪੁਰੋਹਿਤ ਜਾਂ ਨਿਆਂਕਰਤਾ ਫੈਸਲੇ ਤੋਂ ਇਨਕਾਰ ਕਰੇ, ਉਸ ਸਮੇਂ ਮਾਰ ਦਿੱਤਾ ਜਾਵੇ। ਇਸ ਤਰ੍ਹਾਂ ਤੁਸੀਂ ਇਜ਼ਰਾਈਲ ਵਿੱਚੋਂ ਬੁਰਾਈ ਖਤਮ ਕਰਨ ਵਾਲੇ ਠਹਿਰੋਗੇ। ਨਾਲੇ ਜਦੋਂ ਇਸ ਨੂੰ ਬਾਕੀ ਦੇ ਲੋਕ ਸੁਣਨਗੇ ਤਾਂ ਉਹ ਡਰਨਗੇ, ਤਦ ਅੱਗੇ ਤੋਂ ਕੋਈ ਇਸ ਤਰ੍ਹਾਂ ਨਿਆਂ ਦਾ ਵਿਰੋਧ ਨਹੀਂ ਕਰੇਗਾ। ਆਮੀਨ। ਸੋ ਹੁਣ ਉਹ ਜਿਹੜਾ ਨਿਆਂ ਕਰਤੇ ਅਸੀਂ ਦੇਖ ਕੇ ਹਟੇ ਨਾ, ਪੂਰੇ ਨਿਆਂ ਕਰਨ ਵਾਲੇ ਚੁਣੇ ਆ, ਉਹਨਾਂ ਨੂੰ ਕਿਹਾ ਹੈਗਾ ਕਿ ਤੁਹਾਡੇ ਵਿੱਚੋਂ ਕੋਈ ਵੱਡੀ ਲੈ ਕੇ ਨਿਆਂ ਨਾ ਕਰੇ, ਤੁਹਾਡੇ ਵਿੱਚੋਂ ਕੋਈ ਪੱਖਪਾਤ ਕਰਕੇ ਨਿਆਂ ਨਾ ਲਵੇ ਕੋਈ, ਕਿਉਂਕਿ ਜਿਹੜੀ ਵੱਡੀ ਆ ਉਹ ਜਿਹੜਾ ਨਿਆਂ ਕਰਤਾ ਉਸ ਨੂੰ ਅੰਨਾ ਬਣਾਉਂਦੀ ਆ, ਔਰ ਜਿਹੜੇ ਭੋਲੇ ਇਨਸਾਨ ਆ ਉਹਨਾਂ ਦੇ ਰਸਤੇ ਜਿਹੜੇ ਹੈਗੇ ਉਹਨਾਂ ਦੇ ਰਸਤਿਆਂ ਨੂੰ ਖਰਾਬ ਕਰਦੀ ਹੈ। ਇਹ ਸਾਰੀ ਉਹ ਚੀਜ਼ ਜਿਹੜੀ ਉਹ ਅੱਗੇ ਚੱਲ ਕਿ ਤੁਸੀਂ ਜਿਹੜਾ ਵੀ ਨਿਆਂ ਕਰਨਾ, ਜਿੱਦਾਂ ਇਹ ਉਦਾਹਰਨ ਆ, ਪ੍ਰਭੂ ਨੇ ਉਦਾਹਰਨਾਂ ਦਿੱਤੀਆਂ ਕਿ ਮੰਨ ਲਓ ਕਿ ਕੋਈ ਬੰਦਾ ਇਹ ਕਹਿ ਰਿਹਾ ਕਿ ਸਾਡੇ ਵਿੱਚ ਇੱਕ ਔਰਤ ਆ ਜਿਹੜੀ ਸੂਰਜ ਜਾਂ ਚੰਦ ਦੀ ਪੂਜਾ ਕਰਦੀ ਆ, ਉਹ ਕਿਸੇ ਦੇਵੀ ਦੇਵਤੇ ਦੇ ਪਿੱਛੇ ਜਾਂਦੀ ਪਈ ਹੈ, ਤਾਂ ਤੁਸੀਂ ਏਦਾਂ ਨਾ ਹੋਵੇ ਕਿ ਇੱਕੋ ਹੀ ਬੰਦਾ ਗਵਾਹੀ ਦੇ ਰਿਹਾ ਤੇ ਤੁਸੀਂ ਉਹਦੇ ਕਰਕੇ ਉਸਨੂੰ ਮਾਰਦੇ ਰਹਿਣ। ਕਿ ਹਰ ਇੱਕ ਚੀਜ਼ ਦੀ ਪਰਖ ਕਰਨੀ ਆ। ਜਿਸ ਵੇਲੇ
वो सब कुछ सामने आ जाए कि हाँ एक सच आ, ਇਹ ਸੱਚ ਆ, ਤੇ ਫਿਰ ਤੁਸੀਂ ਆਪਣੇ ਵਿੱਚੋਂ ਬੁਰਾਈ ਨੂੰ ਸਾਫ਼ ਕਰਨਾ। ਐਡੀਆਂ ਐਡੀਆਂ ਅਸੀਂ ਜੇਲਾਂ ਬਣਾਈਆਂ, ਕਾਹਦੇ ਲਈ ਬਣਾਈਆਂ? ਇਸੇ ਕਰਕੇ ਬਣਾਈਆਂ ਨਾ ਕਿ ਜਿਹੜੀ ਬੁਰਾਈ ਉਸ ਪਿੰਜਰੇ ਦੇ ਵਿੱਚ ਰਹੇ, ਤਾਂ ਕਿ ਅਸੀਂ ਜਿਹੜੇ ਬਾਹਰ ਆ ਅਸੀਂ ਉਸ ਤੋਂ ਬਗੈਰ ਇਸ ਧਰਤੀ ਤੇ ਆਜ਼ਾਦੀ ਦੇ ਨਾਲ ਫਿਰ ਸਕੀਏ। ਇਸੇ ਕਰਕੇ ਬਣਾਈਆਂ ਨਾ। ਲੇਕਿਨ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਅਸੀਂ ਆਪਣੀ ਉਹ ਜਿਹੜੇ ਹਿਊਮਨ ਇਸ਼ੂ ਲੈ ਕੇ ਆ ਗਏ। ਕਾਤਲਾਂ ਨੂੰ ਮੌਤ ਦੀ ਸਜ਼ਾ ਨਹੀਂ ਹੁੰਦੀ, ਮਰਨ ਵਾਲੇ ਦੇ ਪਰਿਵਾਰ ਨੇ ਹਾਲੇ ਫਿਊਨਰਲ ਵੀ ਨਹੀਂ ਕੀਤਾ ਹੁੰਦਾ, ਤੇ ਅਸੀਂ ਦੇਖਦੇ ਹੈਗੇ ਆ ਕਿ ਜਿਹੜਾ ਕਤਲ ਕਰਨ ਵਾਲਾ ਬਾਹਰ ਤੁਰਿਆ ਫਿਰਦਾ ਹੁੰਦਾ। ਪਰ ਕਿੱਦਾਂ ਲੋਕਾਂ ਦਾ ਜਿਹੜਾ ਮਨ ਆ ਉਹ ਲਾ ਤੋਂ ਕਾਨੂੰਨ ਤੋਂ ਪਰਾਂ ਹੁੰਦਾ ਜਾਂਦਾ। ਉਹ ਕਹਿੰਦੇ ਕਾਨੂੰਨ ਤਾਂ ਹੈ ਹੀ ਸਿਰਫ ਅਪਰਾਧੀਆਂ ਦੇ ਵਾਸਤੇ, ਵਿਕਟਮ ਦੇ ਵਾਸਤੇ ਤਾਂ ਕੁਛ ਵੀ ਨਹੀਂ ਕਰਦਾ ਪਿਆ। ਲੇਕਿਨ ਦੂਸਰੇ ਪਾਸੇ ਇਹ ਵਿਕਟਮ ਦੇ ਲਈ ਸਾਰਾ ਕੁਛ ਹੋ ਗਿਆ। ਉਹ ਬੰਦਾ ਇੱਕ ਵਿਕਟਮ ਨਹੀਂ, ਉਹ ਅਪਰਾਧੀ ਆ, ਉਹ ਅਪਰਾਧੀ ਆ। ਕਿਉਂਕਿ ਉੱਥੋਂ ਉਹਨਾਂ ਦੇਵੀ ਦੇਵਤਿਆਂ ਦੀ ਪੂਜਾ ਕਰਨ ਵਾਲੇ ਲੋਕ ਉੱਥੋਂ ਕੱਢੇ ਗਏ ਆ, ਔਰ ਇਹ ਕਦੀ ਹੋ ਨਹੀਂ ਸਕਦਾ ਕਿ ਜਿਹੜੇ ਬਚ ਕੇ ਨਿਕਲ ਗਏ ਹੋ ਉਹ ਕਦੀ ਵੀ ਇਸ ਕੌਮ ਨੂੰ ਸੇਕ ਨਾ ਲਾਉਣ। ਉਹ ਹਮੇਸ਼ਾ ਕੋਸ਼ਿਸ਼ ਕਰਨਗੇ ਕਿ ਇਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਦੇ ਪ੍ਰਭੂ ਤੋਂ ਤੋੜਿਆ ਜਾਵੇ। ਅਗਰ ਇਹ ਆਪਣੇ ਪ੍ਰਭੂ ਤੋਂ ਟੁੱਟ ਗਏ ਤਾਂ ਫਿਰ ਇਹਨਾਂ ਤੇ ਕਾਬੂ ਪਾਉਣਾ ਕੁਛ ਨਹੀਂ, ਕੋਈ ਔਖਾ। ਸੋ ਇਸ ਕਰਕੇ ਪ੍ਰਭੂ ਉਹਨਾਂ ਨੂੰ ਬਾਰ-ਬਾਰ ਇਹ ਚੀਜ਼ਾਂ ਕਹਿ ਰਿਹਾ ਕਿ ਤੁਸੀਂ ਜਿੱਦਾਂ ਨਿਆਂਕਰਤਾ ਨੂੰ ਪ੍ਰਭੂ ਨੇ ਆਪਣੀ ਕਸਮ ਦਿੱਤੀ ਆ, ਉਸੇ ਤਰ੍ਹਾਂ ਕੌਮ ਨੂੰ ਹੁਣ ਦਿੱਤੀ ਹੈ ਕਿ ਜਿਸ ਲਈ ਨਿਆਂਈ ਤੁਹਾਡਾ ਫੈਸਲਾ ਕਰੇ ਜਾਂ ਪ੍ਰੋਹਤ ਤੁਹਾਡਾ ਫੈਸਲਾ ਕਰੇ ਤਾਂ ਉਸ ਫੈਸਲੇ ਨੂੰ ਮੰਨਿਆ ਜਾਏ। ਔਰ ਜਿਹੜਾ ਇਨਸਾਨ ਉਸ ਫੈਸਲੇ ਨੂੰ ਨਹੀਂ ਮੰਨੇਗਾ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਏ, ਤਾਂ ਕਿ ਤੁਹਾਡੇ ਵਿੱਚ ਗੁਨਾਹ ਨਾ ਫੈਲੇ। ਇਹ ਜਿਹੜੀ ਕੌਮ ਆ, ਇਹ ਸਾਰੀ ਦੀ ਸਾਰੀ ਜਿਹੜੀ ਕੌਮ ਆ, ਜਿਹੜਾ ਅਸੀਂ ਦੇਖਦੇ ਪਏ ਆ, ਇਹ ਇਸਰਾਇਲ ਦੀ ਸੰਤਾਨ ਨਸਲ, ਇਹ ਯਾਕੂਬ ਦਾ ਸਰੀਰ ਆ। ਉਹਦੇ 12 ਪੁੱਤਰਾਂ ਤੋਂ ਇਹ ਕੌਮ ਬਣੀ ਆ। ਸੋ ਇਸ ਨੂੰ ਯਾਕੂਬ ਦਾ ਸਰੀਰ ਕਿਹਾ ਜਾਂਦਾ। ਸੋ ਜਿਹੜਾ ਕੋੜੀ ਅੰਗ ਆ ਉਹ ਕਹਿੰਦਾ ਉਸ ਨੂੰ ਕੱਟ ਦਿਓ ਤਾਂ ਕਿ ਸਾਰੇ ਸਰੀਰ ਨੂੰ ਉਹ ਖਰਾਬ ਨਾ ਕਰੇ। that is the main things। ਔਰ ਦੂਸਰੀ ਚੀਜ਼ ਇਹ ਹੈ ਕਿ ਹਾਲੇ ਤੱਕ ਇਸ ਕੌਮ ਦੇ ਪੈਰ ਲੱਗਦੇ ਪਏ। ਅਗਰ ਸ਼ੁਰੂ ਤੋਂ ਬੁਰਾਈ ਸ਼ੁਰੂ ਹੋ ਗਈ ਤਾਂ ਫਿਰ ਇਹ ਕਿੱਥੇ ਜਾਣਗੇ? ਇਹ ਦਿਨਾਂ 'ਚ ਉੱਜੜ ਜਾਣਗੇ। ਇਸ ਕਰਕੇ ਪ੍ਰਭੂ ਇਹਨਾਂ ਨੂੰ ਇਹ ਸਖਤ ਹਦਾਇਤਾਂ ਦੇ ਰਿਹਾ। ਸੋ ਆਓ ਅਸੀਂ ਹੁਣ ਜਿਹੜੇ ਉਹਨਾਂ ਦੇ ਵਿੱਚੋਂ ਅਧਿਕਾਰੀ ਚੁਣੇ ਜਾਣੇ, ਜਾਣੀ ਕਿ ਰਾਜੇ ਚੁਣੇ ਜਾਣੇ, ਉਹਨਾਂ ਦੇ ਵਾਸਤੇ ਹਦਾਇਤਾਂ। ਆਓ ਅਸੀਂ 14 ਆਇਤ ਤੋਂ ਲੈ ਕੇ ਅਸੀਂ ਦੇਖਦੇ ਹਾਂ ਹੁਣ ਇਸ ਚੈਪਟਰ ਦੇ ਐਂਡ ਤੱਕ, ਜਿਸ ਨੂੰ ਰਾਜੇ ਸੰਬੰਧੀ ਹਦਾਇਤਾਂ। ਜਦੋਂ ਤੁਸੀਂ ਉਸ ਧਰਤੀ ਤੇ ਪਹੁੰਚ ਜਾਵੋ ਜੋ ਪ੍ਰਭੂ ਤੁਹਾਡਾ ਪਰਮੇਸ਼ਰ ਤੁਹਾਨੂੰ ਦੇ ਰਿਹਾ ਹੈ ਤੇ ਉਸ ਤੇ ਕਬਜ਼ਾ ਕਰ ਲਵੋ, ਤਾਂ ਹੋ ਸਕਦਾ ਹੈ ਕਿ ਤੁਸੀਂ ਇਸ ਤਰ੍ਹਾਂ ਕਰੋ ਕਿ ਜਿਸ ਤਰ੍ਹਾਂ ਸਾਡੀਆਂ ਗੁਆਂਢੀਆਂ ਕੌਮਾਂ ਦੇ ਰਾਜਾ ਹਨ, ਅਸੀਂ ਵੀ ਆਪਣੇ ਲਈ ਰਾਜਾ ਚੁਣ ਲਈਏ। ਤੁਸੀਂ ਵੀ ਉਸ ਸਮੇਂ ਆਪਣੇ ਲਈ ਰਾਜਾ ਤਾਂ ਚੁਣ ਲੈਣਾ, ਪਰ ਉਸ ਆਦਮੀ ਨੂੰ ਜਿਸ ਨੂੰ ਪ੍ਰਭੂ ਤੁਹਾਡਾ ਪਰਮੇਸ਼ਰ ਚੁਣੇ, ਇਹ ਤੁਹਾਡੇ ਹੀ ਲੋਕਾਂ ਵਿੱਚੋਂ ਹੋਵੇ। ਤੁਸੀਂ ਕਿਸੇ ਵਿਦੇਸ਼ੀ ਨੂੰ ਆਪਣਾ ਰਾਜਾ ਨਾ ਬਣਾਉਣਾ। ਤੁਹਾਡਾ ਉਹ ਰਾਜਾ ਕੇਵਲ ਆਪਣੇ ਲਈ ਘੋੜਿਆਂ ਦੀ ਗਿਣਤੀ ਵਧਾਉਣ ਪਿੱਛੇ ਨਾ ਲੱਗਾ ਰਹੇ, ਨਾ ਹੀ ਉਹ ਘੋੜਿਆਂ ਨੂੰ ਖਰੀਦਣ ਜਾਂ ਲੈਣ ਲਈ ਤੁਹਾਨੂੰ ਮਿਸਰ ਵਿੱਚ ਘੱਲੇ। ਪ੍ਰਭੂ ਦੀ ਇਸ ਸੰਬੰਧ ਵਿੱਚ ਤੁਹਾਡੇ ਲਈ ਆਗਿਆ ਹੈ, ਤੁਸੀਂ ਉਸ ਰਾਹੇ ਫਿਰ ਕਦੀ ਵਾਪਸ ਨਾ ਜਾਣਾ। ਨਾ ਹੀ ਆਪਣੇ ਲਈ ਬਹੁਤੀਆਂ ਪਤਨੀਆਂ ਰੱਖੋ ਕਿ ਕਿਤੇ ਉਸ ਦਾ ਮਨ ਪ੍ਰਭੂ ਵੱਲੋਂ ਹਟ ਜਾਵੇ। ਨਾ ਹੀ ਉਹ ਆਪਣੇ ਲਈ ਅਦਿੱਖ ਸੋਨਾ ਚਾਂਦੀ ਇਕੱਠਾ ਕਰੇ। ਜਦੋਂ ਉਹ ਰਾਜਾ ਬਣ ਕੇ ਤਖਤ ਤੇ ਬੈਠੇ ਤਾਂ ਇਹਨਾਂ ਨਿਯਮਾਂ ਨੂੰ ਜੋ ਲੇਵੀਆਂ ਅਰਥਾਤ ਪੁਰੋਹਿਤਾਂ ਕੋਲ ਵਿਵਸਥਾ ਦੀ ਪੁਸਤਕ ਵਿੱਚ ਹਨ, ਉਹਨਾਂ ਦੀ ਇੱਕ ਨਕਲ ਆਪਣੇ ਲਈ ਤਿਆਰ ਕਰ ਲਵੇ। ਤਦ ਉਹ ਇਸ ਨੂੰ ਆਪਣੇ ਕੋਲ ਰੱਖ ਲਵੇ ਅਤੇ ਇਸ ਵਿੱਚੋਂ ਰੋਜ਼ ਆਪਣੇ ਜੀਵਨ ਭਰ ਪੜ੍ਹਦਾ ਰਹੇ। ਇਸ ਤਰ੍ਹਾਂ ਉਹ ਇਹਨਾਂ ਦਾ ਧਿਆਨ ਦੇਣ ਅਤੇ ਇਹਨਾਂ ਤੇ ਚੱਲਣ ਦੁਆਰਾ ਪਰਮੇਸ਼ਰ ਤੋਂ ਡਰਨਾ ਸਿੱਖੇਗਾ। ਇਸ ਦੁਆਰਾ ਉਹ ਇਸ ਤਰ੍ਹਾਂ ਦੀਆਂ ਭਾਵਨਾਵਾਂ ਤੋਂ ਵੀ ਬਚਿਆ ਰਹੇਗਾ ਕਿ ਉਹ ਆਪਣੀ ਕੌਮ ਦੇ ਦੂਜੇ ਭਰਾਵਾਂ ਨਾਲੋਂ ਉੱਚਾ ਹੈ। ਉਹ ਹੁਕਮਾਂ ਦੀ ਉਲੰਘਣਾ ਕਰਨ ਤੋਂ ਵੀ ਬਚਿਆ ਰਹੇਗਾ, ਜਿਸ ਕਾਰਨ ਉਸ ਦਾ ਅਤੇ ਉਸ ਦੀ ਸੰਤਾਨ ਦਾ ਰਾਜ ਲੰਮੇ ਸਮੇਂ ਹੋਵੇਗਾ। ਆਮੀਨ।
ਇਸ ਹਿੱਸੇ ਨੂੰ ਅਸੀਂ ਖੋਲ ਕੇ ਦੇਖਾਂਗੇ ਜਿਸ ਵੇਲੇ ਅਸੀਂ ਸੈਮੂਅਲ ਦੇ ਵਿੱਚ ਪਹੁੰਚ ਜਾਵਾਂਗੇ। ਫਸਟ ਸੈਮੂਅਲ ਦੇ ਵਿੱਚ ਜਿਸ ਵੇਲੇ ਪਹੁੰਚ ਜਾਵਾਂਗੇ ਉੱਥੇ ਇਹਨਾਂ ਸਾਰਿਆਂ ਹਿੱਸਿਆਂ ਨੂੰ ਦੇਖਾਂਗੇ। ਲੇਕਿਨ ਹਾਲੇ ਤੱਕ ਜਿਹੜੇ ਪ੍ਰਭੂ ਨੇ, ਜਿੱਦਾਂ ਇਹ ਤਾਂ ਆਉਣ ਵਾਲੇ ਸਮੇਂ ਦੇ ਲਈ ਦੱਸਿਆ, ਜਿਸ ਲਈ ਅਸੀਂ ਦੇਖਾਂਗੇ ਰਾਜਾ ਸਾਊਲ ਉਹਨਾਂ ਨੇ ਚੁਣਿਆ ਆਪਣੇ ਲਈ। ਉਸ ਤੋਂ ਬਾਅਦ ਜਿਸ ਲਈ ਦਾਊਦ ਨੂੰ ਪ੍ਰਭੂ ਨੇ ਚੁਣਿਆ, ਉਸ ਤੋਂ ਬਾਅਦ ਜਿਸ ਲਈ ਫਿਰ ਸਾਲੋਮਨ ਨੂੰ ਚੁਣਿਆ। ਅਗਰ ਧਿਆਨ ਦੇ ਨਾਲ ਦੇਖੀਏ ਤਾਂ ਉਹਨਾਂ ਤਿੰਨਾਂ ਦੇ ਲਈ ਇੱਥੇ ਹਦਾਇਤਾਂ, ਤਿੰਨਾਂ ਦੇ ਲਈ ਹਦਾਇਤਾਂ ਕਿ ਇਹ ਜਿਹੜੀ ਪੋਥੀ ਆ, ਜਿਹੜੀ ਆ ਪੋਥੀ ਹੈ, ਇਸ ਦੀ ਇੱਕ ਨਕਲ ਜਿਹੜੀ ਆ ਰਾਜਾ ਹਮੇਸ਼ਾ ਆਪਣੇ ਕੋਲ ਰੱਖੇ, ਤਾਂ ਕਿ ਉਹ ਮੇਰੇ ਦਿੱਤੇ ਹੋਏ ਵਿਧਾਨ ਦੇ ਅਨੁਸਾਰ ਉਹ ਨਿਆਂ ਕਰੇ। ਆਪਣੇ ਘੋੜਿਆਂ ਦੇ ਵਿੱਚ ਨਾ ਬਿਜ਼ੀ ਹੋ ਜਾਵੇ, ਆਪਣੇ ਸੋਨੇ ਚਾਂਦੀ ਦੇ ਵਿੱਚ ਨਾ ਬਿਜ਼ੀ ਹੋ ਜਾਵੇ। ਉਸ ਨੂੰ ਚੇਤੇ ਰੱਖਣਾ ਚਾਹੀਦਾ ਜਿਹੜਾ ਮੈਂ ਤਖਤ ਉਸ ਨੂੰ ਦੇ ਰਿਹਾ, ਇਹ ਉਸ ਦੇ ਲਈ ਇੱਕ ਬਰਕਤ, ਉਸ ਦੀ ਇੱਜ਼ਤ ਕਰੇ। ਕਹਿਣ ਦਾ ਮਤਲਬ ਇਹ, ਉਸ ਦੀ ਇੱਜ਼ਤ ਕਰੇ। ਸੋ ਇਸ ਨੂੰ ਅਸੀਂ ਇੱਥੇ ਤੁਸੀਂ ਭਾਵੇਂ ਲਿਖ ਲਓ ਕਿ ਫਸਟ ਸੈਮੂਅਲ ਦੇ ਵਿੱਚ ਜਾ ਕੇ ਅਸੀਂ ਇਸ ਹਿੱਸੇ ਨੂੰ ਪੂਰੀ ਤਰ੍ਹਾਂ ਖੋਲ ਕੇ ਦੇਖਾਂਗੇ, ਜਿਸ ਵੇਲੇ ਉਹਨਾਂ ਨੇ ਰਾਜਾ ਮੰਗਣਾ ਹੈ ਕਿ ਸਾਨੂੰ ਰਾਜਾ ਦੇ, ਜਿੱਦਾਂ ਦੂਜੀਆਂ ਕੌਮਾਂ ਦੇ ਲੋਕ ਬਿਲਕੁਲ ਉਹਨਾਂ ਨੇ ਉਹੀ ਗੱਲ ਕਹਿਣੀ ਆ ਜਿੱਦਾਂ ਇੱਥੇ ਲਿਖੀ ਗਈ। ਜਿੱਦਾਂ ਦੂਜੀਆਂ ਕੌਮਾਂ ਦੇ ਲੋਕਾਂ ਦੇ ਕੋਲ ਰਾਜੇ ਆ, ਸਾਨੂੰ ਵੀ ਉਸੇ ਤਰ੍ਹਾਂ ਰਾਜਾ ਦੇ, ਜਿਹੜਾ ਸਾਡੇ ਤੇ ਰਾਜ ਕਰੇ। ਸੈਮੂਅਲ ਨੇ ਕਹਿਣਾ ਪ੍ਰਭੂ ਤੁਹਾਡਾ ਰਾਜਾ ਆਪ। ਅਗਰ ਦੇਖਣਾ ਹੋਵੇ ਤਾਂ ਦੇਖ ਲਓ ਸੈਮੂਅਲ, ਪਹਿਲਾ ਸੈਮੂਅਲ उसका 8वां पाठ। उसदियां ਅਸੀਂ उसदियां पहलियां 9 आयतां ਇੱਥੇ ਦੇਖਾਂਗੇ। ਮੈਂ ਪੜਾਂ ਜੀ। ਲੋਕਾਂ ਦੀ ਰਾਜਾ ਦੇ ਲਈ ਮੰਗ। ਸੈਮੂਅਲ ਜਦੋਂ ਬੁੱਢਾ ਹੋ ਗਿਆ ਤਾਂ ਉਸਨੇ ਆਪਣੇ ਦੋਹਾਂ ਪੁੱਤਰਾਂ ਨੂੰ ਇਸਰਾਇਲ ਦਾ ਨਿਆਂ ਕਰਨ ਲਈ ਠਹਿਰਾਇਆ। ਉਸਦੇ ਵੱਡੇ ਪੁੱਤਰ ਦਾ ਨਾਂ ਜੋਏਲ ਸੀ ਅਤੇ ਛੋਟੇ ਦਾ ਨਾਂ ਅਬੀਜਾ ਸੀ। ਇਹ ਦੋਵੇਂ ਬੇਰਸ਼ਬਾ ਵਿੱਚ ਨਿਆਂ ਅਧਿਕਾਰੀਆਂ ਦਾ ਕੰਮ ਕਰਦੇ ਸਨ। ਪਰ ਸੈਮੂਅਲ ਦੇ ਦੋਵੇਂ ਪੁੱਤਰ ਆਪਣੇ ਪਿਤਾ ਵਾਂਗ ਇਮਾਨਦਾਰ ਨਿਆਂਕਾਰੀ ਨਹੀਂ ਸਨ। ਉਹ ਪੈਸੇ ਦੇ ਲਾਲਚੀ ਸਨ, ਇਸ ਲਈ ਉਹ ਲੋਕਾਂ ਕੋਲੋਂ ਵੱਢੀ ਲੈਂਦੇ ਅਤੇ ਠੀਕ ਨਿਆਂ ਨਹੀਂ ਕਰਦੇ ਸਨ। ਤਦ ਸਭ ਇਸਰਾਇਲੀ ਆਗੂ ਇਕੱਠੇ ਹੋ ਕੇ ਸੈਮੂਅਲ ਕੋਲ ਰਮਾ ਵਿੱਚ ਆਏ। ਇਸਰਾਇਲ ਆਗੂਆਂ ਨੇ ਸੈਮੂਅਲ ਨੂੰ ਕਿਹਾ, ਦੇਖ ਤੂੰ ਬੁੱਢਾ ਹੋ ਗਿਆ ਹੈ ਅਤੇ ਤੇਰੇ ਪੁੱਤਰ ਤੇਰੇ ਵਾਂਗ ਇਮਾਨਦਾਰ ਨਹੀਂ ਹਨ। ਇਸ ਲਈ ਤੂੰ ਸਾਡੇ ਲਈ ਇੱਕ ਰਾਜਾ ਚੁਣ ਜੋ ਹੋਰਨਾਂ ਕੌਮਾਂ ਵਾਂਗ ਸਾਡਾ ਰਾਜ ਪ੍ਰਬੰਧ ਕਰੇ। ਸੈਮੂਅਲ ਨੇ ਉਹਨਾਂ ਦੀ ਇਹ ਮੰਗ ਜਾਣ ਕੇ ਬਹੁਤ ਦੁੱਖ ਹੋਇਆ, ਇਸ ਲਈ ਉਸਨੇ ਪ੍ਰਭੂ ਅੱਗੇ ਪ੍ਰਾਰਥਨਾ ਕੀਤੀ। ਪਰ ਪ੍ਰਭੂ ਨੇ ਸੈਮੂਅਲ ਨੂੰ ਕਿਹਾ, ਤੂੰ ਉਹਨਾਂ ਦੀ ਮੰਗ ਸਵੀਕਾਰ ਕਰ ਲੈ, ਕਿਉਂਕਿ ਉਹਨਾਂ ਨੇ ਅਸਲ ਵਿੱਚ ਤੈਨੂੰ ਰਾਜਾ ਦੇ ਤੌਰ ਤੇ ਅਸਵੀਕਾਰ ਨਹੀਂ ਕੀਤਾ, ਸਗੋਂ ਮੈਨੂੰ ਕੀਤਾ ਹੈ। ਮਿਸਰ ਵਿੱਚੋਂ ਨਿਕਲਣ ਦੇ ਪਿੱਛੋਂ ਇਹਨਾਂ ਨੇ ਕਈ ਵਾਰ ਮੇਰੇ ਨਾਲ ਵਿਸ਼ਵਾਸਘਾਤ ਕਰਕੇ ਪਰਾਏ ਦੇਵੀ ਦੇਵਤਿਆਂ ਦੀ ਉਪਾਸਨਾ ਕੀਤੀ, ਇਸ ਲਈ ਹੁਣ ਤੇਰੇ ਨਾਲ ਕੋਈ ਨਵੀਂ ਗੱਲ ਨਹੀਂ ਕਰ ਰਹੇ ਹਨ। ਸੋ ਤੂੰ ਉਹਨਾਂ ਦੀ ਮੰਗ ਸਵੀਕਾਰ ਕਰ, ਪਰ ਉਹਨਾਂ ਨੂੰ ਇਹ ਖੋਲ ਕੇ ਚੇਤਾਵਨੀ ਦੇ ਕਿ ਉਹਨਾਂ ਦਾ ਰਾਜਾ ਉਹਨਾਂ ਨਾਲ ਕਿਸ ਤਰ੍ਹਾਂ ਦਾ ਵਰਤਾਓ ਕਰੇਗਾ। ਇੱਥੇ ਜਦੋਂ ਆਪਾਂ ਆਵਾਂਗੇ ਫਿਰ ਇਸ ਹਿੱਸੇ ਨੂੰ ਖੋਲ ਕੇ ਦੇਖਾਂਗੇ। ਤੁਸੀਂ ਦੇਖਦੇ ਪਏ ਆ ਕਿ ਜਿਸ ਲਈ ਪ੍ਰਭੂ ਨੇ ਕਿਹਾ ਸੀਗਾ ਕਿ ਜਿਹੜੇ ਨਿਆਂ ਕਰਨ ਉਹ ਕਦੀ ਵੀ ਵੱਡੀ ਨਾ ਲੈਣ, ਉਹ ਵੱਡੀ ਲੈ ਕੇ ਨਿਆਂ ਨਾ ਕਰਨ। ਉਹਨਾਂ ਨੇ ਕਸਮ ਚੁੱਕੀ ਹੁੰਦੀ ਸੀ। ਦੇਖਿਓ ਉਹਦਾ ਅਸਰ ਕੀ ਹੁੰਦਾ ਪਿਆ ਕੌਮ ਤੇ। ਕੌਮ ਇੱਕ ਵੱਖਰੇ ਰਸਤੇ ਵੱਲ ਨੂੰ ਸਾਰੀ ਕੌਮ ਚੱਲ ਪਈ। ਉਹ ਹੁਣ ਰਾਜਾ ਮੰਗਦੇ ਪਏ ਸਾਨੂੰ ਰਾਜਾ ਦੇ, ਵੀ ਜਿਹੜਾ ਪ੍ਰਬੰਧ ਅਸੀਂ ਤੈਨੂੰ ਦਿੱਤਾ ਉਹ ਤਾਂ ਕਰਪਟ ਆ, ਤੇਰੇ ਤੇ ਦੋਨੇ ਮੁੰਡੇ ਕਰਪਟ ਆ। ਤੂੰ ਸਾਨੂੰ ਇਹ ਅਸੀਂ ਜਿਸ ਤਰ੍ਹਾਂ ਕਿ ਸਾਨੂੰ ਰਾਜਾ ਦੇ ਜਿਹੜਾ ਸਾਡੇ ਤੇ ਰਾਜ ਕਰੇ, ਕਿਉਂਕਿ ਉਹਦੇ ਪੁੱਤਰਾਂ ਨੇ ਜੋ ਨਿਯਮ ਪ੍ਰਭੂ ਨੇ ਉਹਨਾਂ ਨੂੰ ਦਿੱਤਾ ਸੀ, ਉਹਨਾਂ ਨੇ ਉਹ ਨਿਯਮ ਤੋੜਿਆ।
ਔਰ ਜਿਸ ਲਈ ਉਹਨਾਂ ਨੇ ਉਹ ਨੇਮ ਤੋੜਿਆ ਤਾਂ ਉਹਨਾਂ ਦੀ ਜਗ੍ਹਾ ਜਾਂਦੀ ਰਹੀ। ਸੈਮੂਅਲ ਆਖਰੀ ਨਿਆਈ ਸੀਗਾ ਔਰ ਉਸਨੂੰ ਪਹਿਲਾ ਨਬੀ ਗਿਣਿਆ ਗਿਆ। ਪਹਿਲਾ ਉਹ ਨਬੀ ਗਿਣਿਆ ਗਿਆ, ਆਖਰੀ ਨਿਆਈ ਗਿਣਿਆ ਗਿਆ। ਜਦੋਂ ਜਿਹੜੇ ਵੱਡਿਆਂ ਨਬੀਆਂ ਦੇ ਵਿੱਚੋਂ ਆਉਂਦੇ ਜਿਹੜੇ, ਉਹ ਪਹਿਲਾ ਨਬੀ ਉਹ ਗਿਣਿਆ ਗਿਆ ਔਰ ਆਖਰੀ ਨਹੀਂ। ਉਸ ਤੋਂ ਬਾਅਦ ਨਿਆਈ ਨਹੀਂ ਆਏ। ਉਸ ਵਾਰ ਰਾਜ ਪ੍ਰਬੰਧ ਨੇ ਜਿਹੜਾ ਪ੍ਰਬੰਧ ਕੀਤੇ ਬਸ ਉਹ ਹੀ ਰਹੇ ਔਰ ਉਹਨਾਂ ਨੇ ਧਿਆਨ ਰੱਖਿਆ ਕਿ ਇਹ ਸਾਰਾ ਇੱਕ ਰਾਜੇ ਦੇ ਅਧਿਕਾਰ ਦੇ ਵਿੱਚ ਹੋਵੇ, ਉਹਦੇ ਨਿਯਮ ਦੇ ਅਨੁਸਾਰ ਸਾਰੀਆਂ ਚੀਜ਼ਾਂ ਚੱਲਣ ਔਰ ਤਾਂ ਕਿ ਲੋਕਾਂ ਦੇ ਨਾਲ ਅਨਿਆਂ ਨਾ ਹੋਵੇ, ਦੇਸ਼ ਦੇ ਵਿੱਚ ਕਾਨੂੰਨ ਹੋਵੇ ਔਰ ਕਾਨੂੰਨ ਦੀ ਬਾਲਾਸਾਈ ਹੋਵੇ, ਕਾਨੂੰਨ ਨੂੰ ਮੰਨਿਆ ਜਾਏ। ਔਰ ਇਹ ਕਿਹਦੇ ਕਰਕੇ? ਜਦੋਂ ਵੀ ਅਸੀਂ ਨੇਮ ਪ੍ਰਭੂ ਦਾ ਤੋੜਦੇ ਹਾਂ, ਅਸੀਂ ਪ੍ਰਭੂ ਦਾ ਨੇਮ ਨਹੀਂ ਤੋੜਦੇ, ਅਸੀਂ ਆਪਣੇ ਆਪ ਨੂੰ ਤੋੜਦੇ। ਜੇ ਉਹਨਾਂ ਨੇ, ਉਹਦੇ ਪੁੱਤਰਾਂ ਨੇ, ਯੋਏਲ ਨੇ ਤੇ ਅਬਿਆ ਨੇ ਐਡੀ ਵੱਡੀ ਪ੍ਰਭੂ ਨੇ ਉਸ ਨੂੰ ਬਰਕਤ ਦਿੱਤੀ, ਉਹਨਾਂ ਨੂੰ ਇੰਨੇ ਉੱਚੀ ਜਗ੍ਹਾ ਤੇ ਬਿਠਾਇਆ, ਸਾਰੀ ਕੌਮ ਦਾ ਨਿਆਈ ਬਣਾਇਆ। ਜੇ ਉਹਨਾਂ ਨੇ ਉਸ ਪਦਵੀ ਦੀ ਉਹਨਾਂ ਨੇ ਪ੍ਰਵਾਹ ਨਹੀਂ ਕੀਤੀ, ਉਸ ਨੂੰ ਬੇਇੱਜ਼ਤ ਕੀਤਾ, ਤੇ ਬੇਇੱਜ਼ਤ ਉਹ ਪਦਵੀ ਨਹੀਂ ਹੋਈ, ਬੇਇੱਜ਼ਤ ਉਹ ਹੋਈ ਕਿਉਂਕਿ ਉਹਨਾਂ ਨੂੰ ਉਹ ਜਗ੍ਹਾ ਮੁੜ ਕੇ ਕਦੀ ਨਹੀਂ ਮਿਲੀ, ਉਹ ਬਰਕਤ ਕਦੀ ਵੀ ਨਹੀਂ ਮਿਲੀ। ਇਜ਼ਰਾਈਲ ਦੇ ਵਿੱਚ ਮੁੜ ਕੇ ਉਹ ਬਰਕਤ ਆਈ ਹੀ ਨਹੀਂ। ਪ੍ਰਭੂ ਨੇ ਉਹ ਅਹੁਦਾ ਹੀ ਖਤਮ ਕਰ ਦਿੱਤਾ। ਇਸ ਕਰਕੇ ਜਦੋਂ ਅਸੀਂ ਪ੍ਰਭੂ ਦੇ ਕਿਸੇ ਵੀ ਨੇਮ ਨੂੰ ਤੋੜਦੇ ਹਾਂ, ਅਸੀਂ ਪ੍ਰਭੂ ਦਾ ਨੇਮ ਨਹੀਂ ਤੋੜ ਰਹੇ ਹੁੰਦੇ। ਪ੍ਰਭੂ ਦਾ ਨੇਮ ਕਦੀ ਵੀ ਨਹੀਂ ਟੁੱਟ ਸਕਦਾ। ਅਸੀਂ ਆਪਣੇ ਆਪ ਨੂੰ ਤੋੜ ਰਹੇ, ਆਪਣੇ ਆਪ ਨੂੰ ਆਪਣੇ ਪ੍ਰਭੂ ਤੋਂ ਦੂਰ ਕਰਦੇ ਪਏ, ਆਪਣੇ ਆਪ ਨੂੰ ਉਸ ਦੀਆਂ ਬਰਕਤਾਂ ਤੋਂ ਦੂਰ ਕਰਦੇ ਪਏ। ਔਰ ਇਹ ਅਸੀਂ ਇਸ ਵਚਨ ਦੇ ਵਿੱਚੋਂ ਦੇਖਦੇ ਪਏ ਹਾਂ। ਸੋ ਕੱਲ ਨੂੰ ਹੁਣ ਅਸੀਂ ਦੇਖਾਂਗੇ ਵਿਰੋਧਤਾ ਦੇ ਹੱਕ, ਔਰ ਕੱਲ ਨੂੰ ਇੱਕ ਬਹੁਤ ਵੱਡੀ ਪ੍ਰੋਫੈਸੀ ਇੱਥੇ ਆ ਰਹੀ ਆ ਜਿਹਨੂੰ ਅਸੀਂ ਦੇਖਾਂਗੇ, ਕਿਉਂਕਿ ਅਗਲਾ ਜਿਹੜਾ ਚੈਪਟਰ ਹੈ ਇਹ ਬਹੁਤ ਇੰਪੋਰਟੈਂਟ ਚੈਪਟਰ। ਇਸ ਚੈਪਟਰ ਦੇ ਵਿੱਚ ਉਹ ਪ੍ਰੋਫੈਸੀ ਮੂਸਾ ਨੇ ਕਰਨੀ ਆ ਕਿ ਪ੍ਰਭੂ ਤੁਹਾਨੂੰ ਮੇਰੇ ਵਰਗਾ ਇੱਕ ਨਬੀ ਦੇਗਾ, ਉਸ ਦੀ ਤੁਸੀਂ ਸੁਣਨਾ। ਔਰ ਜੋ ਅਸੀਂ ਅੱਜ ਦੇਖਿਆ ਸੀਗਾ 7ਵੇਂ ਚੈਪਟਰ ਦੇ ਵਿੱਚ ਕਿ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਨੂੰ ਕਿਹਾ ਕਿ ਮੈਂ ਜੋ ਬੋਲਦਾ ਆਪਣੇ ਬਾਪ ਦੇ ਵੱਲੋਂ, ਜਿਸ ਨੇ ਮੈਨੂੰ ਘੱਲਿਆ ਉਹਦੇ ਵੱਲੋਂ ਬੋਲਦਾ, ਯਾਨੀ ਕਿ ਉਹੀ ਮੂਸਾ ਦੀ ਲੈਂਗੁਏਜ ਮੈਂ ਆਪ ਨਹੀਂ ਬੋਲਦਾ, ਜਿਹਨੇ ਮੈਨੂੰ ਘੱਲਿਆ ਤੁਹਾਡੇ ਕੋਲ, ਤੁਹਾਡੀਆਂ ਪੁਰਖਿਆਂ ਦਾ ਜਿਹੜਾ ਪਰਮੇਸ਼ਰ ਆ ਉਸਨੇ ਮੈਨੂੰ ਘੱਲਿਆ, ਔਰ ਜੋ ਉਹ ਕਹਿੰਦਾ ਮੈਂ ਬੋਲਦਾ ਪਿਆ। ਸੋ ਉਹ ਜਿਹੜੀ ਪਦਵੀ ਆ ਅਸੀਂ ਕੱਲ ਨੂੰ ਉਸ ਨੂੰ ਖੋਲ ਕੇ ਦੇਖਾਂਗੇ। ਲੈਟ ਅਸ ਪ੍ਰੇ। ਪਿਆਰੇ ਪ੍ਰਭੂ, ਤੇਰਾ ਸ਼ੁਕਰ ਕਰਦੇ ਹਾਂ, ਤੇਰੀ ਦਇਆ, ਤੇਰੇ ਰਹਿਮ, ਤੇਰੇ ਪਿਆਰ ਦੇ ਲਈ। ਅੱਜ ਦੇ ਦਿਨ ਪ੍ਰਭੂ ਜੀ ਅਸੀਂ ਤੇਰੀ ਬਰਕਤ ਦੇ ਵਿੱਚੋਂ ਬਹੁਤ ਕੁਝ ਪਾਇਆ। ਖੁਦਾਵੰਦ ਅਸੀਂ ਤੇਰੇ ਨਿਯਮ ਨੂੰ ਨਹੀਂ ਤੋੜ ਸਕਦੇ, ਤੇਰੇ ਨਿਯਮ ਸਦੀਪਕ ਆ, ਬਲਕਿ ਅਸੀਂ ਆਪਣੇ ਆਪ ਨੂੰ ਤੋੜ ਲੈਂਦੇ ਹਾਂ ਔਰ ਉਸ ਇੱਜ਼ਤ ਤੋਂ ਖੁਦਾਵੰਦ ਦੂਰ ਹੋ ਜਾਂਦੇ ਜੋ ਤੇਰੇ ਵੱਲੋਂ ਦਿੱਤੀ ਗਈ। ਪਿਆਰੇ ਪ੍ਰਭੂ, ਇਸ ਸਮੇਂ ਦੇ ਵਿੱਚ ਅਸੀਂ ਜੋ ਇਹਨਾਂ ਦਿਨਾਂ ਦੇ ਵਿੱਚ ਜੋ ਕੁਝ ਤੇਰੇ ਵਚਨ ਦੇ ਵਿੱਚੋਂ ਦੇਖਦੇ ਪਏ ਹਾਂ, ਇਹ ਤੇਰੀ ਆਪਣਿਆਂ ਲੋਕਾਂ ਦੇ ਨਾਲ ਕਿੰਨੀ ਨਜ਼ਦੀਕੀ ਆ। ਅਸੀਂ ਤੇਰੀ ਆਵਾਜ਼ ਨੂੰ ਸੁਣਦੇ ਪਏ ਹਾਂ ਕਿ ਪ੍ਰਭੂ ਨੇ ਕਿਹਾ, ਪ੍ਰਭੂ ਨੇ ਕਿਹਾ, ਪ੍ਰਭੂ ਨੇ ਕਿਹਾ। ਕਿਸ ਤਰ੍ਹਾਂ ਖੁਦਾਵੰਦ ਤੂੰ ਆਪਣੇ ਲੋਕਾਂ ਦੇ ਨਾਲ, ਉਹਨਾਂ ਦੇ ਦਿਲਾਂ ਦੇ ਨਾਲ ਗੱਲ ਕਰਦਾ ਪਿਆ। ਇਸ ਤਰ੍ਹਾਂ ਇੱਕ ਵੱਡਾ ਚਮਤਕਾਰ ਉਹ ਲੋਕ ਜੀ ਰਹੇ ਆ। ਇਹਨਾਂ ਦੇ ਲਈ ਚਮਤਕਾਰ ਕੋਈ ਨਹੀਂ ਪ੍ਰਭੂ ਜੀ, ਇਹਨਾਂ ਨੇ ਚਮਤਕਾਰ ਜੀਏ ਆ। ਇਹਨਾਂ ਨੇ ਹਾਲੇ ਵੀ ਪ੍ਰਭੂ ਜੀ ਮੰਨਾ ਖਾ ਰਹੇ ਆ, ਹਾਲੇ ਵੀ ਤੇਰੀਆਂ ਬਰਕਤਾਂ ਨੂੰ ਮਾਣ ਰਹੇ, ਤੇਰੀਆਂ ਜਿੱਤਾਂ ਦਾ ਆਨੰਦ ਦੇਖ ਰਹੇ ਆ। ਔਰ ਪ੍ਰਭੂ ਜੀ ਵਾਅਦੇ ਦੀ ਧਰਤੀ ਦੇ ਬਿਲਕੁਲ ਲਾਗੇ ਬੈਠੇ, ਜਿੱਥੇ ਜਾ ਕੇ ਪ੍ਰਭੂ ਜੀ ਤੇਰਾ ਨੇਮ ਇਹਨਾਂ ਦੇ ਨਾਲ ਪੂਰਾ ਹੋਣਾ। ਤੇਰਾ ਸ਼ੁਕਰ ਕਰਦੇ ਹਾਂ, ਤੂੰ ਆਪਣਾ ਕੋਈ ਵਾਅਦਾ ਨਹੀਂ ਤੋੜਦਾ, ਤੂੰ ਪ੍ਰੋਮਿਸ ਕੀਪਰ। ਪਿਆਰੇ ਪ੍ਰਭੂ, ਅਸੀਂ ਆਪਣੇ ਆਪ ਨੂੰ ਤੇਰੇ ਪਿਆਰੇ ਹੱਥਾਂ ਦੇ ਵਿੱਚ ਦਿੰਦੇ।
ਕਿਉਂਕਿ ਸਾਨੂੰ ਪਤਾ ਖੁਦਾਵੰਦ ਤੇਰੀਆਂ ਹੱਥਾਂ ਦੇ ਵਿੱਚੋਂ ਸਾਨੂੰ ਕੋਈ ਨਹੀਂ ਖੋ ਸਕਦਾ। ਤੇਰੀ ਨਜ਼ਦੀਕੀ ਤੋਂ ਸਾਨੂੰ ਕੋਈ ਨਹੀਂ ਦੂਰ ਕਰ ਸਕਦਾ। ਤੂੰ ਪਿਆਰਾ ਬਾਪ ਹੈ। ਪ੍ਰਭੂ ਜੀ ਹੁਣ ਜਦ ਤੱਕ ਅਸੀਂ ਦੁਆਰਾ ਮਿਲੀਏ, ਤੇਰੀ ਦਇਆ, ਤੇਰਾ ਪਿਆਰ, ਤੇਰਾ ਰਹਿਮ ਸਾਡੇ ਨਾਲ ਬਣਿਆ ਰਹੇ। ਤੇਰੀ ਰਾਖੀ ਦੇ ਵਿੱਚ ਪ੍ਰਭੂ ਜੀ ਅਸੀਂ ਜੀਏ। ਬੁਰੇ ਔਰ ਬੁਰਾਈ ਤੋਂ ਸਾਨੂੰ ਬਚਾ ਕੇ ਰੱਖੀ ਔਰ ਆਪਣੀ ਨਜ਼ਦੀਕੀ ਦੇ ਵਿੱਚ ਬਣਾ ਕੇ ਰੱਖੀ। ਪ੍ਰਭੂ ਯਿਸੂ ਮਸੀਹ ਦੇ ਮਿੱਠੇ ਔਰ ਪਿਆਰੇ ਨਾਮ 'ਚ ਸਭ ਕੁਝ ਮੰਗਦੇ ਹਾਂ। ਸਾਰੇ ਭੈਣ ਭਰਾ ਖੁਦਾਵੰਦ ਤੁਹਾਨੂੰ ਬਰਕਤ ਦੇ, ਤੁਹਾਡੇ ਸਾਰਿਆਂ ਦੇ ਨਾਲ ਬਣਿਆ ਰਹੇ। ਕੱਲ ਨੂੰ ਸੇਮ ਟਾਈਮ ਮਿਲਾਂਗੇ ਔਰ ਕੱਲ ਦਾ ਜਿਹੜਾ ਚੈਪਟਰ ਹੈ ਮੇਨ ਚੈਪਟਰ ਹੈ, ਕਿਉਂਕਿ ਇਹ ਉਹ ਚੈਪਟਰ ਹੈ ਜਿਹੜਾ ਉਹਨਾਂ ਨੇ ਯਹੂਨਾ ਬਪਤਿਸਮਾ ਦੇਣ ਵਾਲੇ ਨੂੰ ਵੀ ਪੁੱਛਿਆ ਔਰ ਇਸ ਦੇ ਬਾਰੇ ਉਹਨਾਂ ਨੇ ਯਿਸੂ ਮਸੀਹ ਤੋਂ ਵੀ ਪੁੱਛਿਆ। ਇਹ ਇੱਕ ਐਸਾ ਚੈਪਟਰ ਜਿਹੜਾ ਬਰਕਤ ਦੇ ਨਾਲ ਭਰਿਆ ਹੈ ਔਰ ਇਹ ਚੈਪਟਰ ਜਿਹੜਾ ਪਹਿਲੇ ਨੇਮ ਨੂੰ ਦੂਸਰੇ ਨੇਮ ਦੇ ਨਾਲ ਜਾ ਕੇ ਜੋੜ ਦਿੰਦਾ। ਸੋ ਉਸ ਨੂੰ ਅਸੀਂ ਦੇਖ ਬਲੈਸ ਯੂ।